ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸਾਰਿਆਂ ਦੇ ਬੜੇ ਉੱਤਮ ਭਾਗ ਨੇ ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੀ ਮਹਾ ਪਵਿੱਤਰ ਪਾਵਨ ਗੋਦ ਸਾਧ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਬਖਸ਼ਿਸ਼ ਕੀਤਾ ਹੈ। ਗਰੀਬ ਨਵਾਜ ਥੋੜ੍ਹੀ ਜਿਹੀ ਕਿਰਪਾ ਹੋਰ ਆਪਣੇ ਸਾਰਿਆਂ 'ਤੇ ਕਰਨ। ਮਨ ਵਿੱਚ ਸਾਵਧਾਨਤਾ, ਇਕਾਗਰਤਾ, ਸ਼ਰਧਾ, ਭਾਵਨਾ, ਪ੍ਰੇਮ ਬਖਸ਼ ਕੇ ਸ਼ਬਦ ਅਤੇ ਸੁਰਤ ਦੇ ਨਾਲ ਮੇਲ ਕਰਾਉਂਦਿਆਂ ਹੋਇਆਂ ਕਥਾ ਕਰਨ ਅਤੇ ਗੁਰਬਾਣੀ ਦੀ ਵਿਚਾਰ ਸੁਣਨ ਦੀ ਬਲ ਬੁੱਧੀ ਸਮਰੱਥਾ ਬਖਸ਼ਣ, ਤਾਂ ਕਿ ਆਪਣਾ ਬੋਲਿਆ ਸੁਣਿਆ ਪ੍ਰਵਾਨ ਹੋ ਜਾਵੇ। ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਪਵਿੱਤਰ ਪਾਵਨ ਅੰਗ 1378 ਤੋਂ ਬਾਬਾ ਫਰੀਦ ਜੀ ਦੀ ਪਵਿੱਤਰ ਪਾਵਨ ਰਸਨਾ 'ਤੇ ਬੈਠ ਕੇ ਆਪਾਂ ਨੂੰ ਵਡਮੁੱਲੇ ਉਪਦੇਸ਼ ਗਿਆਨ ਬਖਸ਼ਿਸ਼ ਕਰ ਰਹੇ ਨੇ। 15ਵੇਂ ਸ਼ਲੋਕ ਤੋਂ ਬਾਅਦ ਭਾਵ 16ਵਾਂ ਸ਼ਲੋਕ ਤੋਂ ਆਪਾਂ ਗਰੀਬ ਨਵਾਜ ਦੀ ਪਵਿੱਤਰ ਪਾਵਨ ਬਾਣੀ ਦੀ ਵਿਚਾਰ ਦੀ ਸਾਂਝ ਪਾਉਣ ਦਾ ਨਿਮਾਣਾ ਯਤਨ ਕਰਨਾ। ਦਾਤਾਰ ਪਿਤਾ ਆਪ ਹੀ ਸਿਰ 'ਤੇ ਮਿਹਰ ਭਰੇ ਹੱਥ ਰੱਖ ਕੇ ਆਤਮਿਕ ਅਵਸਥਾ ਨੂੰ ਉੱਚਿਆਂ ਕਰਦਿਆਂ ਹੋਇਆਂ ਇਹਨਾਂ ਰੱਬੀ ਕਲਾਮਾਂ ਇਲਾਹੀ ਸ਼ਲੋਕਾਂ ਦੀ ਕਥਾ ਵਾਰਤਾ ਸ਼ਬਦ ਵਿਚਾਰਾਂ ਆਪ ਹੀ ਕਰਵਾ ਲੈਣ। ਬਾਬਾ ਫਰੀਦ ਜੀ ਆਪਣੀ ਮਹਾ ਮੁਬਾਰਕ ਅਤੇ ਸੱਚੀ ਸੁੱਚੀ ਰਸਨਾ ਮਹਾ ਮਿੱਠੀ ਜ਼ੁਬਾਨ ਦੇ ਰਾਹੀਂ ਫਰਮਾ ਰਹੇ ਨੇ। ਫਰੀਦਾ ਥਿਓ ਪਵਾਹੀ ਦਬ, ਜੇ ਸਾਈਂ ਲੋੜੈਂ ਸਭ, ਇੱਕ ਛਿਜੈਂ ਵਿਆਲ ਤਾੜੀਆਂ, ਤਾਂ ਸਾਈਂ ਦੈ ਦਰ ਵਾੜੀਆਂ। ਪਵਾਹੀ ਪਹੇ ਦੀ, ਰਸਤੇ ਦੀ। ਦਬ ਇੱਕ ਸਾਧ ਸੰਗਤ ਜੀ ਖਾਸ ਕਿਸਮ ਦਾ ਘਾਹ ਹੁੰਦਾ ਜੀ ਤੋਂ ਪਹਿਲਾਂ ਮੂਹੜੇ ਬਣਾਏ ਜਾਂਦੇ ਸੀ ਜਾਂ ਬੈਠਣ ਵਾਸਤੇ ਸਫਾਂ ਬਣਾਈਆਂ ਜਾਂਦੀਆਂ ਸੀ। ਉਹ ਨਰਮ ਘਾਹ ਹੁੰਦਾ, ਮੁੜਨ ਵਾਲਾ ਘਾਹ ਹੁੰਦਾ, ਮੁੜ ਜਾਂਦਾ, ਆਕੜ ਨਹੀਂ ਹੁੰਦੀ ਉਹਦੇ ਵਿੱਚ। ਆਮ ਕਰਕੇ ਇਹ ਵੱਡੇ ਤੱਪੜ ਬਣਾ ਕੇ ਨਾ ਇਸ ਦੱਬ ਦੇ ਮਸੀਤ ਦੀਆਂ ਪੌੜੀਆਂ 'ਚ ਮਸੀਤਾਂ ਨੂੰ ਜਾਂਦੇ ਹੋਏ ਰਸਤਿਆਂ 'ਤੇ ਵਿਛਾ ਦਿੱਤਾ ਜਾਂਦਾ ਸੀ, ਤਾਂ ਕਿ ਇੱਕ ਤਾਂ ਮਸੀਤ ਵਿੱਚ ਆਉਣ ਵਾਲੇ ਨਵਾਜੀਆਂ ਦੇ ਪੈਰ ਤਪਦੀ ਹੋਈ ਰੇਤ ਨਾਲ ਮੱਚਣ ਨਾ, ਪੈਰ ਗੰਦੇ ਨਾ ਹੋਣ ਅਤੇ ਉਹਨਾਂ ਨੂੰ ਤੁਰਨਾ ਸੌਖਾ ਹੋ ਜਾਵੇ। ਹੁਣ ਬਾਬਾ ਜੀ ਇਹੀ, ਕਿਉਂਕਿ ਉਹ ਜਿਹੜੀ ਦੱਬ ਸੀ ਉਹ ਪੈਰਾਂ ਦੇ ਹੇਠਾਂ ਵਿਛਾਈ ਜਾਂਦੀ ਸੀ। ਬਾਬਾ ਫਰੀਦ ਜੀ ਇਸ ਸ਼ਲੋਕ ਦੇ ਵਿੱਚ ਇਹ ਦੱਸਣਾ ਚਾਹ ਰਹੇ ਨੇ, ਫਰੀਦਾ ਥਿਓ ਪਵਾਹੀ ਦਬ, ਜੇ ਸਾਈਂ ਲੋੜੈਂ ਸਭ। ਇਹ ਫਰੀਦਾ ਜੀ, ਤੂੰ ਸਾਰਿਆਂ ਦੇ ਵਿੱਚ ਰੱਬ ਨੂੰ ਦੇਖਣਾ ਚਾਹੁੰਦਾ, ਸਾਰਿਆਂ 'ਤੇ ਦਰਸ਼ਨ ਦਿਦਾਰੇ ਕਰਨਾ ਚਾਹੁੰਦਾ ਉਸ ਅੱਲਾ ਦੇ, ਤਾਲਾ ਦੇ, ਫਿਰ ਤੈਨੂੰ ਇਹ ਪੈਰਾਂ ਦੀ ਪਹੇ ਦੀ ਦੱਬ ਬਣਨਾ ਪਊਗਾ, ਭਾਵ ਇੰਨੀ ਨਿਮਰਤਾ ਧਾਰਨ ਕਰਨੀ ਪਊਗੀ। ਸਾਧ ਸੰਗਤ ਜੀਓ, ਜਦੋਂ ਆਪਾਂ ਗੁਰਦੁਆਰੇ ਨੂੰ ਆਏ ਹਾਂ ਜਾਂ ਕੋਈ ਬੰਦਾ ਸੱਚੀ ਸ਼ਰਧਾ ਭਾਵਨਾ ਨਾਲ ਮੰਦਰੇ ਮਸੀਤ ਜਾਂਦਾ ਹੈ, ਤਾਂ ਉਹਦੇ ਫਿਰ ਪੈਰ ਨਹੀਂ ਰਹਿੰਦੇ, ਉਹ ਚਰਨ ਬਣ ਜਾਂਦੇ ਨੇ, ਕਿਉਂਕਿ ਰੱਬ ਦੇ ਲਈ ਉਸ ਮਾਰਗ 'ਤੇ ਚੱਲ ਰਿਹਾ ਹੈ। ਉਹਦੇ ਪੈਰਾਂ ਦੀ ਪਾਈ ਹੋਈ ਜੁੱਤੀ ਨੂੰ ਆਮ ਕਰਕੇ ਆਪਾਂ ਮੱਥੇ ਨਾਲ ਲਾਉਂਦੇ ਹਾਂ। ਗੁਰਦੁਆਰਾ ਦੂਖਨਿਵਾਰ ਸਾਹਿਬ ਦੇ ਵਿੱਚ ਵੀ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਦੇ ਵਿੱਚ ਵੀ ਉਸ ਜੁੱਤੀ ਨੂੰ ਆਪਣੇ ਗਲ 'ਚ ਪਾਏ ਹੋਏ ਪੱਲਿਆਂ ਨਾਲ ਸੇਵਕ ਜਨ ਸਾਫ਼ ਕਰਦੇ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਹ ਪੂਰਨੇ ਆਪ ਖੁਦ ਪਾਏ ਨੇ, ਕਿਉਂਕਿ ਉਹ ਪੈਰ ਨਹੀਂ ਹੁੰਦੇ, ਉਹ ਚਰਨ ਹੁੰਦੇ ਨੇ। ਉਹਨਾਂ ਚਰਨਾਂ ਦੀ ਖਾਕ ਸਾਧ ਸੰਗਤ ਜੀ ਬਦਕਿਸਮਤੀ ਨੂੰ ਖੁਸ਼ਕਿਸਮਤੀ ਦੇ ਵਿੱਚ ਬਦਲਣ ਦੀ ਸਮਰੱਥਾ ਰੱਖਦੀ ਹੈ। ਬੜੇ ਰੋਗਾਂ ਸੋਗਾਂ ਦੁੱਖਾਂ ਕਲੇਸ਼ਾਂ ਨੂੰ ਮਿਟਾਉਣ ਦਾ ਬਲ ਰੱਖਦੀ ਹੈ।
ਹੁਣ ਉਹ ਚਰਨਾਂ ਦੇ ਵਿੱਚ ਦੱਬ ਵਿਛੀ ਹੋਈ ਹੈ। ਅੱਲਾ ਦੇ ਘਰ ਨੂੰ ਜਾਂਦਿਆਂ ਹੋਇਆਂ ਉਹ ਪੈਰ, ਉਹ ਚਰਨ ਉਸ ਦੱਬ 'ਤੇ ਪਏ ਨੇ, ਤਾਂ ਦੱਬ ਦੇ ਪਤਾ ਨਹੀਂ ਪਿਛਲੇ ਕਿੰਨੇ ਜਨਮਾਂ ਦੀ ਮੈਲ, ਕਿਲਵਿਖ, ਪਾਪ ਕਰਮ ਕੱਟੇ ਜਾਂਦੇ ਨੇ। ਹੁਣ ਬਾਬਾ ਫਰੀਦ ਜੀ ਕਹਿ ਰਹੇ ਨੇ, ਆਪਣੇ ਆਪ ਨੂੰ ਸੰਬੋਧਨ ਹੁੰਦਿਆਂ ਹੋਇਆਂ, ਇਹ ਸਾਧ ਸੰਗਤ ਜੀ ਉੱਤਮ ਵਕਤਾ ਦੀ ਪਹਿਚਾਣ ਹੁੰਦੀ ਹੈ। ਉਹਨੇ ਆਪਣੇ ਆਪ ਨੂੰ ਸੰਬੋਧਨ ਕਰਨਾ ਹੁੰਦਾ ਹੈ ਅਤੇ ਸਿੱਖਿਆ ਦੂਸਰਿਆਂ ਨੂੰ ਦੇਣੀ ਹੁੰਦੀ ਹੈ। ਹੇ ਫਰੀਦਾ, ਜੇ ਤੂੰ ਸਾਰਿਆਂ ਦੇ ਵਿੱਚ ਅੱਲਾ ਤਾਲਾ ਦੇ ਦਰਸ਼ਨ ਕਰਨੇ ਚਾਹੁੰਦਾ, ਸਾਰਿਆਂ ਦੇ ਵਿੱਚ ਰੱਬ ਨੂੰ ਦੇਖਣਾ ਚਾਹੁੰਦਾ, ਤਾਂ ਤੈਨੂੰ ਇਹ ਪਹੇ ਦੀ ਪੈਰਾਂ ਵਿੱਚ ਵਿਛਾਈ ਜਾਣ ਵਾਲੀ ਦੱਬ ਬਣਨਾ ਪਏਗਾ, ਉਹ ਪਰਾਲੀ ਬਣਨਾ ਪਏਗਾ। ਇੱਕ ਛਿੱਜਾਂ ਵਿਆਹ ਲਤਾੜੀਆਂ, ਇੱਕ ਨੇ ਉਹਨੂੰ ਕੱਟਦੇ ਨੇ, ਛਿੱਜਾਂ ਕਮਜ਼ੋਰ ਕਰਨਾ, ਕੱਟਣਾ, ਤੋੜਨਾ, ਵਿਆਹ ਲਤਾੜੀਆਂ, ਦੂਜੇ ਹੋਰ ਉਹਨੂੰ ਪੈਰਾਂ ਹੇਠਾਂ ਲਤਾੜਦੇ ਨੇ। ਤਾਂ ਸਾਈਂ ਦੈ ਦਰ ਵਾੜੀਆਂ, ਤਾਂ ਤੂੰ ਸਾਈਂ ਦੇ ਦਰ, ਪਰਮਾਤਮਾ ਦੀ ਦਰਗਾਹ ਦੇ ਵਿੱਚ ਵਾੜੀ ਜਾਵੇਂਗੀ, ਤਾਂ ਪਰਮਾਤਮਾ ਦੇ ਜਿਹੜਾ ਹੈ ਦਫ਼ਤਰ ਦੇ ਵਿੱਚ ਤੂੰ ਕਬੂਲ ਪਵੇਂਗੀ। ਭਾਵ ਇੰਨੀ ਨਿਮਰਤਾ। ਹੇ ਮਨਾ, ਤੂੰ ਗੁਰੂ ਘਰ ਨੂੰ ਜਾਂਦਾ ਹੋਇਆ ਕਾਰਪੈਟ ਬਣ ਜਾ, ਤੱਪੜ ਬਣ ਜਾ। ਤੇਰੇ ਉੱਤੇ ਕੋਈ ਪੈਰ ਰੱਖੇ, ਤੈਨੂੰ ਕੋਈ ਵਿਛਾ ਦੇ, ਜਾਂ ਤੈਨੂੰ ਕੋਈ ਇਕੱਠਾ ਕਰਕੇ ਕਿਸੇ ਖੂੰਜੇ ਰੱਖ ਦੇ, ਤੇਰੇ ਮਨ 'ਚ ਜਰਾ ਕਿ ਵੀ ਗਿਲਾ ਨਾ ਆਵੇ, ਕੋਈ ਰੋਸ ਨਾ ਆਵੇ, ਕੋਈ ਮਲਾਲ ਨਾ ਆਵੇ ਤੇਰੇ ਮੂੰਹ 'ਤੇ। ਭਾਵ ਇੰਨੀ ਨਿਮਰਤਾ ਹੋਵੇ ਤੇਰੇ ਅੰਦਰ, ਤਾਂ ਤੈਨੂੰ ਫਿਰ ਇਹ ਪਰਮਾਤਮਾ ਦਾ ਦਰ ਨਸੀਬ ਹੁੰਦਾ ਹੈ। ਸਾਧ ਸੰਗਤ ਜੀਓ, ਇਹ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ। ਇਹ ਅਵਸਥਾ ਬਿਨਾਂ ਬੰਦਗੀ ਤੋਂ ਨਹੀਂ ਆਉਂਦੀ। ਘੰਟਿਆਂ ਬੱਧੀ ਰੋਜ਼ ਬੰਦਗੀ ਕਰਨੀ ਪੈਂਦੀ ਹੈ, ਇਬਾਦਤ ਕਰਨੀ ਪੈਂਦੀ ਹੈ, ਤਾਂ ਕਿਤੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਸਾਧ ਸੰਗਤ ਜੀ, ਨਾਲ ਇਹੋ ਜਿਹੀ ਮੰਜ਼ਿਲ ਇੱਕ ਜਨਮ ਦੀ ਖੇਡ ਨਹੀਂ ਹੈ। ਬੜੇ ਜਨਮ ਇਸ ਮੰਜ਼ਿਲ ਨੂੰ, ਇਸ ਮਰਤਬੇ ਨੂੰ ਪ੍ਰਾਪਤ ਕਰਦਿਆਂ ਹੋਇਆਂ ਲੱਗ ਜਾਂਦੇ ਨੇ। ਧਰਮ ਦੇ ਵਿੱਚ ਕਾਹਲ ਦਾ ਨਾ ਕੋਈ ਨਹੀਂ ਹੈ, ਸਹਿਜ ਹੈ। ਜਿੰਨਾ ਬੰਦਾ ਸਹਿਜ ਸਬਰ ਦੇ ਵਿੱਚ ਚੱਲਦਾ, ਧੀਰਜ ਸੰਤੋਖ ਦੇ ਨਾਲ ਚੱਲਦਾ, ਉਹ ਓਨਾ ਹੀ ਛੇਤੀ ਫਲ ਪ੍ਰਾਪਤ ਕਰ ਲੈਂਦਾ। ਆਪਣੇ ਵਰਗਿਆਂ ਦਾ ਤਾਂ ਇਹ ਹੈ ਵੀ 4 ਦਿਨ ਜਪਜੀ ਸਾਹਿਬ ਦਾ ਪਾਠ ਕੀਤਾ, 40 ਦਿਨ ਗੁਰਦੁਆਰਾ ਸਾਹਿਬ ਗਏ, ਮੁੜ ਆਉਂਦੇ ਜੀ ਇੱਥੇ ਕੁਛ ਨਹੀਂ ਹੈ, ਮੈਂ ਦੇਖ ਲਿਆ, ਬੜਾ ਦੇਖ ਲਿਆ ਜੀ, ਇੱਥੇ ਕੁਛ ਨਹੀਂ ਹੈ। ਉਹ ਮੂਰਖਾ, ਪਾਣੀ ਨੇ ਉਬਲਣਾ ਸੀ 100 ਡਿਗਰੀ 'ਤੇ, 100 ਸੈਂਟੀਗ੍ਰੇਡ ਦੇ ਉੱਤੇ ਉਬਲਣਾ ਸੀ ਪਾਣੀ ਨੇ, ਤੂੰ ਤਾਂ 25-30 ਸੈਂਟੀਗ੍ਰੇਡ 'ਤੇ ਉਬਾਲਿਆ। ਉਹਦੀ ਭਾਫ਼ ਤਾਂ ਨਹੀਂ ਬਣਦੀ। ਉਹਦੀ ਪਾਣੀ ਦੀ ਭਾਫ਼ ਕਦੋਂ ਬਣੇਗੀ? ਜਦੋਂ ਆਪਾਂ ਉਹਨੂੰ 100 ਸੈਂਟੀਗ੍ਰੇਡ 'ਤੇ ਲੈ ਕੇ ਜਾਵਾਂਗੇ, ਉਬਾਲਾਂਗੇ ਉਹਨੂੰ। ਤੂੰ 100 ਤੱਕ ਤਾਂ ਪਹੁੰਚੇ ਨਹੀਂ, ਤੂੰ ਤਾਂ 25 ਤੱਕ ਵੀ ਨਹੀਂ ਪਹੁੰਚਿਆ, ਤੂੰ ਤਾਂ 5-7 'ਤੇ ਹੀ ਰਹਿ ਗਿਆ। ਜੇ ਕੋਈ ਬੰਦਾ 98 ਡਿਗਰੀ ਤੱਕ ਵੀ ਪਹੁੰਚ ਜੇ, ਫਿਰ ਵੀ ਉੱਥੋਂ ਮੁੜਿਆ ਵੇ ਕਹੇ ਜੀ ਇਹ ਤਾਂ ਬਕਵਾਸ ਹੈ, ਵੀ ਪਾਣੀ ਤਾਂ ਭਾਫ਼ ਬਣਦਾ ਹੀ ਨਹੀਂ ਹੈ। ਇਹਦਾ ਮਤਲਬ ਉਸ ਬੰਦੇ ਦੀ ਮਿਹਨਤ ਦੇ ਵਿੱਚ ਕੋਈ ਕਸਰ ਰਹਿ ਗਈ ਹੈ, ਚਾਹੇ 2 ਸੈਂਟੀਗ੍ਰੇਡ ਡਿਗਰੀ ਦੀ ਕਸਰ ਰਹਿ ਗਈ ਹੈ। ਪਾਣੀ ਨੂੰ ਭਾਫ਼ ਬਣਾਉਣ ਵਾਸਤੇ 100 ਸੈਂਟੀਗ੍ਰੇਡ ਤੱਕ ਜਿਹੜਾ ਹੈ ਉਬਾਲਣਾ ਪਏਗਾ। ਪਾਣੀ ਨੂੰ ਜਮਾਉਣ ਵਾਸਤੇ 0 'ਤੇ ਲਿਆਉਣਾ ਪਏਗਾ। ਜਦੋਂ 0 'ਤੇ ਹੋਏਗਾ ਫਿਰ ਪਾਣੀ ਦੀ ਬਰਫ਼ ਬਣ ਜਾਏਗੀ। ਇਸੇ ਤਰ੍ਹਾਂ ਪਰਮੇਸ਼ਰ ਨੂੰ ਪਾਉਣ ਵਾਸਤੇ ਇੱਕ ਮਿਆਰ ਹੈ, ਇੱਕ ਪੱਧਰ ਹੈ, ਉਹਦੇ ਤੱਕ ਸਾਨੂੰ ਪਹੁੰਚਣਾ ਪਏਗਾ। ਉਹ ਪੱਧਰ ਕੀ ਹੈ? ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬੀ ਸੁਭਾਅ, ਦਇਆ ਨਾਲ ਭਰਿਆ ਹੋਇਆ ਹਿਰਦਾ, ਲੈਣ ਦੀ ਚਾਹਨਾ ਨਹੀਂ, ਦੇਣ ਦਾ ਚਾਓ। ਕਿਸੇ ਦਾ ਭਲਾ ਕਰਕੇ, ਭਲਾ ਕਰਨ ਦਾ ਚਾਓ, ਭਲਾ ਕਰਕੇ ਖੁਸ਼ੀ ਮਨਾਉਣੀ, ਅਹਿਸਾਨ ਨਹੀਂ ਜਤਾਉਣਾ ਕਿ ਮੈਂ ਤੇਰਾ ਇਹ ਭਲਾ ਕੀਤਾ। ਉਸ ਨੂੰ ਸੁੰਘੋ, ਉਹਦਾ ਸ਼ੁਕਰਾਨਾ ਕਰਨਾ, ਵੀਰ ਜੀ ਧੰਨਵਾਦ, ਤੁਸੀਂ ਮੇਰੇ ਗਰੀਬ ਦੇ ਪ੍ਰਸ਼ਾਦੇ ਨੂੰ ਗ੍ਰਹਿਣ ਕੀਤਾ ਜਾਂ ਮੇਰੇ ਵਸਤਰਾਂ ਨੂੰ ਗ੍ਰਹਿਣ ਕੀਤਾ। ਮਨ ਦੇ ਵਿੱਚ ਪ੍ਰੇਮ, ਮੂੰਹ ਦੇ ਉੱਤੇ ਮਿਠਾਸ, ਇਹੋ ਜਿਹੇ ਫਿਰ ਪ੍ਰੇਮ ਦੇ ਨਾਲ ਸਿੰਚੇ ਹੋਏ ਹਿਰਦੇ,
ਪ੍ਰੇਮ ਦੇ ਨਾਲ ਦਰਵੇ ਹੋਏ ਹਿਰਦੇ, ਪ੍ਰੇਮ ਦੇ ਨਾਲ ਪੋਲੇ ਹੋਏ ਹਿਰਦੇ ਦੇ ਵਿੱਚ ਪਰਮਾਤਮਾ ਆਪ ਹੀ ਆ ਕੇ ਆਸਣ ਲਾ ਕੇ ਬੈਠ ਜਾਂਦਾ ਹੈ। ਅੱਗੇ ਬਾਬਾ ਜੀ ਫਰਮਾ ਰਹੇ ਨੇ, ਫਰੀਦਾ ਖਾਕ ਨਾ ਨਿੰਦੀ ਹੈ। ਖਾਕ ਖੱਖੇ ਦੇ ਪੈਰ 'ਚ ਬਿੰਦੀ, ਫਾਰਸੀ ਦਾ ਸ਼ਬਦ ਹੈ। ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲਾ ਮੋਇਆਂ ਉੱਪਰ ਹੋਏ। ਖਾਕ ਮਣੇ ਮਿੱਟੀ, ਧਰਤੀ। ਆਪਾਂ ਨੂੰ ਕਹਿਣਾ ਨਹੀਂ ਹੁੰਦਾ, ਆਪਾਂ ਕਹਿੰਦੇ ਵੀ ਇਹ ਕੱਪੜੇ ਦਾ ਰੰਗ ਖਾਕੀ ਹੈ, ਪੁਲਿਸ ਵਾਲਿਆਂ ਦੀ ਵਰਦੀ ਖਾਕੀ ਹੈ। ਖਾਕੀ ਨਹੀਂ, ਖਾਕੀ ਭਾਵ ਮਿੱਟੀ ਰੰਗੀ, ਮਿੱਟੀ ਰੰਗੀ। ਬਾਬਾ ਫਰੀਦ ਜੀ ਸਮਝਾ ਰਹੇ ਨੇ, ਫਰੀਦਾ ਇਹ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ। ਆਪਣੇ ਕਈ ਵਾਰੀ ਜੁੱਤਿਆਂ 'ਤੇ ਕੱਪੜਿਆਂ 'ਤੇ ਥੋੜ੍ਹੀ ਮਿੱਟੀ ਪੈ ਜਾਂਦੀ, ਆਪਾਂ ਝਾੜਦੇ ਹਾਂ। ਜਾਂ ਮਈ ਜੂਨ ਦੇ ਮਹੀਨੇ ਹਨੇਰੀਆਂ ਚੱਲਦੀਆਂ ਨੇ, ਜੇਠ ਹਾੜ ਦੇ ਮਹੀਨੇ ਬਰੋਲੇ ਆਉਂਦੇ ਨੇ, ਮਿੱਟੀ ਸਾਡੇ ਅੰਦਰ ਬੰਦ ਕਮਰਿਆਂ ਦੇ ਵਿੱਚ ਵੀ ਪ੍ਰਵੇਸ਼ ਹੋ ਜਾਂਦੀ ਹੈ। ਕਈ ਵਾਰੀ ਕਮਰੇ ਦੇ ਵਿੱਚ ਜੋ ਆਪਣੇ ਇਹ ਸ਼ੀਸ਼ੇ ਦੇ ਸ਼ੋਕੇਸ ਬਣੇ ਹੁੰਦੇ ਨੇ, ਉਹਨਾਂ ਦੇ ਵਿੱਚ ਵੀ ਮਿੱਟੀ ਅੰਦਰ ਦਾਖਲ ਹੋ ਜਾਂਦੀ ਹੈ। ਆਪਾਂ ਉਹ ਚੀਜ਼ਾਂ ਝਾੜਦੇ ਹਾਂ, ਮਿੱਟੀ ਨੂੰ ਮਾੜਾ ਚੰਗਾ ਕਹਿੰਦੇ ਹਾਂ। ਹੁਣ ਬਾਬਾ ਫਰੀਦ ਜੀ ਕਹਿੰਦੇ ਨੇ, ਭਾਵ ਮਿੱਟੀ ਵਰਗੀ ਨਾ ਚੀਜ਼ ਨੂੰ ਵੀ ਨਿੰਦਣਾ ਨਹੀਂ ਚਾਹੀਦਾ, ਭਾਵ ਕਿਸੇ ਦੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਕਹਿੰਦੇ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ, ਖਾਕ ਨੂੰ ਨਿੰਦਣਾ ਨਹੀਂ ਚਾਹੀਦਾ, ਕਿਉਂਕਿ ਖਾਕੂ ਜੇੜਨਾ ਕੋਏ। ਮਿੱਟੀ ਜਿੰਨੀ ਸਹਿਣਸ਼ੀਲਤਾ ਕਿਸੇ ਵਿੱਚ ਵੀ ਨਹੀਂ ਹੈ, ਮਿੱਟੀ ਜਿੰਨੀ ਨਿਮਰਤਾ ਕਿਸੇ ਵਿੱਚ ਵੀ ਨਹੀਂ ਹੈ। ਗੁਸਾਈ ਤੁਲਸੀ ਦਾਸ ਜੀ ਕਹਿੰਦੇ ਨੇ, ਖੋਦ ਖਾਦ ਬਸੋਦਾ ਸਹਿ। ਬਸੋਦਾ ਧਰਤੀ ਨੂੰ ਕਹਿੰਦੇ ਨੇ, ਮਿੱਟੀ ਨੂੰ ਕਹਿੰਦੇ ਨੇ। ਖੋਦ ਖਾਦ ਬਸੋਦਾ ਸਹਿ, ਕਾਟ ਕੂਟ ਬਨ ਰਾਏ। ਕੋਟਰ ਵਚਨ ਸਾਧੂ ਸਹਿ, ਔਰਨ ਸਹਿਆ ਨਾ ਜਾਏ। ਧਰਤੀ ਨੂੰ ਕਹੀ ਨਾਲ ਪੁੱਟੀ ਜਾਓ, JCB ਲਾ ਕੇ ਕਿੰਨਾ ਮਰਜ਼ੀ ਡੂੰਘੇ ਉਹਦੇ ਵਿੱਚ ਟੋਏ ਪੱਟ ਦਿਓ। ਬੋਰ ਕਰਨ ਵਾਲੀ ਮਸ਼ੀਨ ਲਿਆ ਕੇ 8-8, 9-900, 15-1500 ਡੂੰਘੇ ਫੁੱਟ ਜਿਹੜਾ ਹੈ ਬੋਰ ਕਰ ਦਿਓ। ਮਿੱਟੀ ਕਦੀ ਨਹੀਂ ਕਹਿੰਦੀ ਕਿ ਤੁਸੀਂ ਮੇਰੇ ਨਾਲ ਇਹ ਕੀ ਕਰ ਰਹੇ ਹੋ। ਨਹਿਰਾਂ ਪੱਟ ਦਿਓ, ਦਰਿਆ ਪੱਟ ਦਿਓ, ਕਿਤੋਂ ਬੰਦ ਕਰ ਦਿਓ, ਮਿੱਟੀ ਕੋਈ ਜਵਾਬ ਨਹੀਂ ਦਿੰਦੀ। ਤਰਕ ਬੁੱਧੀ ਵਾਲੇ ਲੋਕ, ਵਿਗਿਆਨ ਪੜ੍ਹਨ ਵਾਲੇ ਲੋਕ ਇਹ ਕਹਿਣਗੇ ਜੀ ਮਿੱਟੀ ਤਾਂ ਬੇਜਾਨ ਹੁੰਦੀ ਹੈ। ਸਾਧ ਸੰਗਤ ਜੀ, ਮਿੱਟੀ ਬੇਜਾਨ ਨਹੀਂ ਹੁੰਦੀ। ਜੇ ਮਿੱਟੀ ਬੇਜਾਨ ਹੋਵੇ, ਉਹਦੇ ਵਿੱਚ ਆ ਬਨਸਪਤੀ ਕਿਵੇਂ ਪੈਦਾ ਹੋਵੇ, ਉਹਦੇ ਵਿੱਚ ਫਸਲਾਂ, ਉਹਦੇ ਵਿੱਚ ਫੁੱਲ ਬੂਟੇ, ਉਹਦੇ ਵਿੱਚ ਫਲਦਾਰ ਦਰਖਤ ਕਿਵੇਂ ਪੈਦਾ ਹੋਣ? ਉਹਦੇ ਵਿੱਚ ਜਾਨ ਹੁੰਦੀ ਹੈ। ਹਾਂ, ਕਿਤੇ ਕਿਤੇ ਕੋਈ ਕਲਰਾਠੀ ਮਿੱਟੀ ਹੁੰਦੀ ਹੈ, ਬੰਜਰ ਧਰਤੀ ਹੁੰਦੀ ਹੈ, ਜਿਹਦੇ ਵਿੱਚ ਕੋਈ ਬੀਜ ਨਹੀਂ ਉੱਗਦਾ। ਸਾਧ ਸੰਗਤ ਜੀ, ਮਿੱਟੀ ਦੇ ਵਿੱਚ ਜਾਨ ਹੁੰਦੀ ਹੈ, ਕਿਉਂਕਿ ਧਰਮ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਜਿਹਦੇ ਵਿੱਚ ਜਾਨ ਨਾ ਹੋਵੇ। ਪੱਥਰ ਨੂੰ ਸਾਇੰਸ ਵਾਲੇ ਨੌਨ ਲਿਵਿੰਗ ਥਿੰਗ ਕਹਿੰਦੇ ਨੇ, ਬੇਜਾਨ ਚੀਜ਼ ਕਹਿੰਦੇ ਨੇ, ਪਰ ਨਹੀਂ ਸਾਧ ਸੰਗਤ ਜੀ। ਉਹ ਕਲਾਕਾਰ ਉਸ ਅਣਘੜ ਪੱਥਰ ਤੋਂ ਫਾਲਤੂ ਮਾਲ ਹਟਾ ਦਿੰਦਾ ਅਤੇ ਉਹਦੇ ਵਿੱਚੋਂ ਭਗਵਾਨ ਨੂੰ ਪ੍ਰਗਟ ਕਰਕੇ ਰੱਖ ਦਿੰਦਾ। ਕਲਾਕਾਰ ਨੇ ਆਪਣੇ ਕੋਲੋਂ ਕੁਛ ਪਾਇਆ ਨਹੀਂ ਹੈ ਉਹਦੇ ਵਿੱਚ। ਕੀ ਕੀਤਾ? ਸਿਰਫ ਜੋ ਫਾਲਤੂ ਸੀ ਉਹ ਉਤਾਰਤਾ। ਇਹ ਸਾਡੇ ਵਰਗੇ ਅਣਘੜ ਪੱਥਰਾਂ 'ਤੇ ਹੋਈ। ਜਿੱਦੇ ਕਿਤੇ ਗੁਰੂ ਕਲਗੀਧਰ ਪਿਤਾ ਨੇ ਇਹ ਫਾਲਤੂ ਵਿਚਾਰ, ਫਾਲਤੂ ਸੋਚਾਂ, ਫਾਲਤੂ ਖਿਆਲ ਆਪਣੇ ਪ੍ਰੇਮ ਦੀ ਸ਼ੈਣੀ ਲੈ ਕੇ, ਆਪਣੇ ਗਿਆਨ ਦਾ ਹਥੌੜਾ ਲੈ ਕੇ ਕਿਤੇ ਮੁਹੱਬਤ ਦੇ ਵਿੱਚ ਆ ਕੇ ਘੜਤਾ, ਅਸੀਂ ਵੀ ਉਸ ਦਾ ਰੂਪ ਹੋ ਜਾਣਾ। ਫਿਰ ਸਾਡੇ 'ਤੇ ਉਹਦੇ ਵਿੱਚ ਕੋਈ ਵਖਰੇਵਾਂ ਨਹੀਂ ਰਹਿਣਾ। ਹੁਣ ਬਾਬਾ ਜੀ ਇਹੀ ਫਰਮਾ ਰਹੇ ਨੇ, ਹੇ ਫਰੀਦਾ, ਇਹ ਮਿੱਟੀ ਨੂੰ ਨਿੰਦਣਾ ਨਹੀਂ ਚਾਹੀਦਾ। ਨਿਮਰਤਾ ਦੇ ਵਿੱਚ ਮਿੱਟੀ ਦਾ ਕੋਈ ਸਾਨੀ ਨਹੀਂ ਹੈ, ਕੋਈ ਸ਼ਰੀਕ ਨਹੀਂ ਹੈ। ਬਹੁਤ ਜ਼ਿਆਦਾ ਸਹਿਣਸ਼ੀਲਤਾ ਹੈ। ਜੀਵਦਿਆਂ ਪੈਰਾਂ ਤਲਾ ਮੋਇਆਂ ਉੱਪਰ ਹੋਏ। ਇਹ ਜਿੰਨੀ ਦੇਰ ਮਨੁੱਖ, ਪਸ਼ੂ ਪੰਛੀ ਜਿਉਂਦੇ ਰਹਿੰਦੇ ਨੇ, ਇਹ ਮਿੱਟੀ ਪੈਰਾਂ ਦੇ ਹੇਠਾਂ ਹੁੰਦੀ ਹੈ। ਜਦੋਂ ਕੋਈ ਜੀਵ ਮਰ ਜਾਂਦਾ ਹੈ,
ਉਹਦਾ ਕੋਈ ਦਾਹ ਸੰਸਕਾਰ ਨਾ ਕੀਤਾ ਜਾਵੇ। ਇਹ ਮਿੱਟੀ ਦਾ ਧਰਮ ਹੈ, ਉਸ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਜਾਂ ਸਾਡੇ ਮੁਸਲਮਾਨ ਭਰਾ ਮਰੇ ਹੋਏ ਬੰਦੇ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਕਬਰ ਦੇ ਵਿੱਚ ਰੱਖ ਕੇ ਉੱਤੇ ਮਿੱਟੀ ਪਾ ਕੇ ਕਰਦੇ ਨੇ। ਇਹਦਾ ਅੰਤਰੀਵ ਭਾਵ ਇਹ ਹੈ ਇਸ ਸ਼ਲੋਕ ਦਾ, ਜਿਹੜਾ ਕੋਈ ਬੰਦਾ ਇਸ ਸੰਸਾਰ ਦੇ ਵਿੱਚ ਮਿੱਟੀ ਬਣ ਕੇ ਰਹਿੰਦਾ ਹੈ, ਭਾਵ ਨਿਮਰਤਾ ਧਾਰਨ ਕਰਕੇ ਰਹਿੰਦਾ ਹੈ, ਮਰਨ ਤੋਂ ਬਾਅਦ ਉਸ ਦਾ ਮਰਤਬਾ ਬਹੁਤ ਉੱਚਾ ਹੋ ਜਾਂਦਾ ਹੈ। ਜਿਹੜੇ ਨਾਮ ਅਭਿਆਸੀ ਨੇ, ਗੁਰੂ ਕੇ ਪਿਆਰੇ ਨੇ, ਅੱਲਾਹ ਤਾਲਾ ਦੀ ਬੰਦਗੀ ਕਰਨ ਵਾਲੇ ਨੇ, ਜਿਹੜੇ ਨਿਰਭਾਵੀ ਬੰਦੇ ਨੇ, ਜਿਨ੍ਹਾਂ ਦੇ ਵਿੱਚ ਕੋਈ ਗੁੱਸੇ ਦੀ ਭਾਵਨਾ ਨਹੀਂ ਹੈ, ਕ੍ਰੋਧ ਦੀ ਭਾਵਨਾ ਨਹੀਂ ਹੈ, ਨਿਮਰਤਾ ਹੀ ਨਿਮਰਤਾ ਹੈ, ਸਾਧ ਸੰਗਤ ਜੀ ਫਿਰ ਮਰਨ ਤੋਂ ਬਾਅਦ ਉਹਨਾਂ ਦੇ ਮਕਬਰੇ ਬਣਦੇ ਨੇ, ਉਹਨਾਂ ਦੀਆਂ ਸਮਾਧਾਂ ਬਣਦੀਆਂ ਨੇ, ਉਹਨਾਂ ਦੀਆਂ ਸਮਾਧਾਂ 'ਤੇ ਜੋੜ ਮੇਲੇ ਲੱਗਦੇ ਨੇ। ਸਾਧ ਸੰਗਤ ਜੀ ਉਹਨਾਂ ਦੇ ਮਕਬਰਿਆਂ ਦੇ ਉੱਤੇ ਫਿਰ ਇਕੱਠ ਹੁੰਦਾ ਹੈ। ਉਹਨਾਂ ਦੀਆਂ ਈਦਗਾਹਾਂ ਦੇ ਉੱਤੇ ਰੌਸ਼ਨੀਆਂ ਦੇ ਮੇਲੇ ਲੱਗਦੇ ਨੇ, ਚਿਰਾਗ ਵਾਲੇ ਜਾਂਦੇ ਨੇ, ਕਿਉਂਕਿ ਉਹ ਨਿਮਰ ਭਾਵੀ ਰਹੇ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫਤਿਹ ਸਿੰਘ ਨਿਮਰਤਾ ਦੇ ਵਿੱਚ ਰਹੇ, ਜ਼ੁਲਮਾਂ ਨੂੰ ਬੜੇ ਸਬਰ ਸੰਤੋਖ ਨਾਲ ਆਪਣੇ ਪਿੰਡੇ ਦੇ ਉੱਤੇ ਹੰਢਾਇਆ। ਸਾਧ ਸੰਗਤ ਜੀ ਕਰੋੜਾਂ ਨਹੀਂ ਅਸੰਖਾਂ ਦੁਨੀਆ ਨਤਮਸਤਕ ਹੁੰਦੀ ਆ ਉਹਨਾਂ ਦੇ ਦਰ ਤੇ ਜਾ ਕੇ। ਉਹਨਾਂ ਦੇ ਜੋਤਾਂ ਵਾਲੀਆਂ ਜਾਂਦੀਆਂ ਨੇ, ਚਿਰਾਗ ਵਾਲੇ ਜਾਂਦੇ ਨੇ, ਦੀਵੇ ਵਾਲੇ ਜਾਂਦੇ ਨੇ, ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ। ਪੱਥਰ ਤੋਂ ਪੱਥਰ ਦਿਲ ਵੀ ਉੱਥੇ ਜਾ ਕੇ ਅੱਖਾਂ ਨਮ ਕਰਦਾ ਹੈ। ਉਹਨਾਂ ਦੇ ਸਬਰ ਦੇ ਉੱਤੇ ਵਾਰਨੇ ਜਾਂਦਾ ਹੈ। ਇਹੀ ਬਾਬਾ ਜੀ ਨੇ ਸਾਨੂੰ ਸਿੱਖਿਆ ਦੇਣ ਦੀ ਕਿਰਪਾ ਕੀਤੀ ਹੈ, ਸਾਡੇ ਹਿਰਦੇ 'ਚ ਵਸ ਜਾਵੇ ਕਿਤੇ। ਅਸੀਂ ਜਿਉਂਦਿਆਂ ਹੋਇਆਂ ਇੰਨੇ ਕੁ ਨਿਮਰ ਭਾਵੀ ਹੋ ਜਾਈਏ ਕਿ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੋ ਜਾਈਏ। ਜੇ ਕਿਤੇ ਗੁਰੂ ਮਹਾਰਾਜ ਤੁੱਛ ਸੇਵਾ ਬਖਸ਼ ਦੇਣ ਸਾਨੂੰ, ਕੋਈ ਗੇਟ ਮੂਹਰੇ ਖੜਨ ਦੀ, ਕੋਈ ਕਥਾ ਕਰਨ ਦੀ, ਕੋਈ ਕੀਰਤ ਕਰਨ ਦੀ, ਹੰਕਾਰ ਨਾ ਕਰੀਏ, ਸਗੋਂ ਸੰਗਤਾਂ ਦੇ ਵਿੱਚ ਰੱਬ ਦੇ ਦਿਦਾਰੇ ਕਰਦਿਆਂ ਹੋਇਆਂ ਉਹਨਾਂ ਦੀ ਨਿਮਰ ਭਾਵੀ ਰਹੀਏ। ਉਹਨਾਂ ਨੂੰ ਜੀ ਆਇਆਂ ਆਖੀਏ, ਹਉਮੈ ਦੇ ਵਿੱਚ ਆ ਕੇ, ਹੰਕਾਰ ਦੇ ਵਿੱਚ ਆ ਕੇ ਉਹਨਾਂ ਨਾਲ ਦੁਰਵਿਹਾਰ ਨਾ ਕਰੀਏ। ਸਾਧ ਸੰਗਤ ਜੀ ਉਦੋਂ ਬਾਅਦ ਫਿਰ ਮਰਨ ਤੋਂ ਬਾਅਦ ਮਰਤਬਾ ਬਹੁਤ ਉੱਚਾ ਹੋ ਜਾਂਦਾ। ਫਿਰ ਲੋਕੀ ਸਿਰ ਤੇ ਝੁਕਦੇ ਨੇ। ਇਹੋ ਜਿਹੇ ਨਿਮਰਤਾ ਵਿੱਚ ਜਿਉਣ ਵਾਲੇ ਬੰਦੇ ਨੂੰ ਲੋਕੀ ਸਿਰ ਤੇ ਬਿਠਾਉਂਦੇ ਨੇ। ਅੱਗੇ ਗਰੀਬ ਨਵਾਜ਼ ਸਮਝਾ ਰਹੇ ਨੇ 18ਵੇਂ ਸ਼ਲੋਕ ਦੇ ਵਿੱਚ, ਫਰੀਦਾ ਜਾਂ ਲੱਭ ਤਾਂ ਨਾ ਨੇਹ ਕਿਹਾ ਲੱਭ ਤਾਂ ਕੂੜਾ ਨੇਹ। ਇਹ ਜੱਜੇ ਨੂੰ ਜਾਂ ਲਾਉਣਾ, ਜਾਂ ਦਾ ਮਤਲਬ ਜਦੋਂ ਜਾਂ ਜੇ। ਇਹਨੂੰ ਨੇਹੋ ਨਹੀਂ ਬੋਲਣਾ ਜੀ, ਨੇਹ ਬੋਲਣਾ। ਹਾਹੇ ਨੂੰ ਔਂਕੜ ਤਾਂ ਇਸ ਕਰਕੇ ਲਾਇਆ ਵੀ ਜਿਹੜਾ ਨੇਹ ਹੈ ਇਹ ਇੱਕ ਤਾਂ ਪੁਲਿੰਗ ਹੈ, ਇੱਕ ਵਚਨ ਹੈ। ਇਹਨੂੰ ਤਾਂ ਜਦੋਂ ਜਾਂ ਤੇ ਤਾਂ ਇਕੱਠੇ ਆ ਜਾਣ ਇੱਕ ਪੰਕਤੀ ਦੇ ਵਿੱਚ, ਤਾਂ ਬਾਬਾ ਜੀ ਨੇ ਆਪਾਂ ਨੂੰ ਦੱਸਿਆ ਤਾਂ ਇਹ ਦੋਨੋਂ ਬਿੰਦੀ ਨਾਲ ਬੋਲੇ ਜਾਂਦੇ ਨੇ। ਫਿਰ ਅੱਗੇ ਲੱਭ ਤ ਕੂੜਾ ਨੇਹ, ਤ ਬੋਲਣਾ ਇਹਨੂੰ। ਕਿਚਰ ਝੱਤ ਲੰਘਾਈ ਹੈ, ਲੰਘਾਈਆ ਲੱਲੇ ਦੇ ਉੱਤੇ ਟਿੱਪੀ, ਛੱਪਰ ਟੁੱਟਾ ਮੇਂ। ਹੁਣ ਬਾਬਾ ਫਰੀਦ ਜੀ ਆਪਣੇ ਨਿੱਜੀ ਤਜਰਬੇ ਦੇ ਉੱਤੇ ਆਧਾਰਿਤ ਇਹ ਖਿਆਲ ਸਾਡੇ ਸਾਹਮਣੇ ਰੱਖ ਰਹੇ ਨੇ। ਫਰੀਦਾ, ਜਦੋਂ ਸਾਡੇ ਮਨ 'ਚ ਲੋਭ ਹੈ, ਲੱਭ ਬਣੇ ਲੋਭ, ਲਾਲਚ, ਗਰੀਡ ਕਹਿੰਦੇ ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ, ਜਿੰਨੀ ਦੇਰ ਸਾਡੇ ਹਿਰਦੇ ਦੇ ਵਿੱਚ ਲੋਭ ਹੈ, ਲਾਲਚ ਹੈ, ਕਹਿੰਦੇ ਫਿਰ ਤਾਂ ਨੇਹ ਕਿਹਾ। ਫਿਰ ਕਾਹਦਾ ਪਿਆਰ ਹੈ? ਕੋਈ ਪਿਆਰ ਨਹੀਂ, ਕੋਈ ਪਿਆਰ ਨਹੀਂ। ਸਾਧ ਸੰਗਤ ਜੀਓ, ਅਸੀਂ ਮੋਹ ਕਰਦੇ ਹਾਂ, ਭਾਵ ਗਿਵ ਐਂਡ ਟੇਕ ਦਾ ਫਾਰਮੂਲਾ, ਗਿਵ ਐਂਡ ਟੇਕ ਦਾ ਪ੍ਰਿੰਸੀਪਲ ਅਸੀਂ ਧਾਰਨ ਕਰਦੇ ਹਾਂ। ਮੈਂ ਉਹਨਾਂ ਦੇ ਘਰ ਗਿਆ, ਉਹਨਾਂ ਨੇ ਮੈਨੂੰ ਸੂਟ ਦਿੱਤਾ, ਵਸਤਰ ਦਿੱਤੇ, ਉਹ ਸਾਡੇ ਘਰ ਆਉਣਗੇ, ਅਸੀਂ ਉਹਨਾਂ ਨੂੰ ਦੇਵਾਂਗੇ। ਜੇ ਉਹਨੇ ਕੁਛ ਨਹੀਂ ਦਿੱਤਾ, ਸਾਡੇ ਬੱਚਾ ਪੈਦਾ ਹੋਇਆ, ਮੁੰਡਾ ਪੈਦਾ ਹੋਇਆ, ਜੇ ਉਹਨੇ ਕੋਈ 100 ਰੁਪਈਆ ਸ਼ਗਨ ਦਾ ਨਹੀਂ ਦਿੱਤਾ, ਚਾਹੇ ਅਗਲਿਆਂ ਦੇ ਘਰੇ ਕੁਛ ਮਰਜ਼ੀ ਪੈਦਾ ਹੋ ਜਾਏ, ਆਪਾਂ ਵੀ ਨਹੀਂ ਦਿੰਦੇ।
ਆਪਾਂ ਗਿਵ ਐਂਡ ਟੇਕ ਦੇ ਫਾਰਮੂਲੇ 'ਤੇ ਚੱਲਦੇ ਹਾਂ। ਇਹਨੂੰ ਪ੍ਰੇਮ ਨਹੀਂ ਕਹਿੰਦੇ, ਇਹਨੂੰ ਵਿਹਾਰ ਕਹਿੰਦੇ ਨੇ, ਵਪਾਰ ਕਹਿੰਦੇ ਨੇ। ਪ੍ਰੇਮ ਦੇ ਵਿੱਚ ਤਾਂ ਸਿਰਫ ਦੇਣਾ ਹੀ ਦੇਣਾ ਹੁੰਦਾ। ਪ੍ਰੇਮ ਦੇ ਅਰਥ ਵਿਦਵਾਨਾਂ ਨੇ ਇਹਨੂੰ ਸੰਧੀ ਛੇਦ ਕੀਤਾ, ਪਰੇ ਮੈਂ। ਪਰੇ ਪ੍ਰੇਮ ਦੇ ਨੂੰ ਸੰਧੀ ਛੇਦ ਕਰਤਾ, ਪਰੇ ਮੈਂ। ਜਦੋਂ ਮੈਂ ਪਰੇ ਹੋ ਗਈ, ਭਾਵ ਮੈਂ ਕੁਛ ਨਹੀਂ, ਮੈਂ ਲੈਣਾ ਹੀ ਨਹੀਂ ਕੁਛ, ਦੇਣੇ ਦੇਣਾ। ਦੇ ਕੇ ਵੀ ਅਹਿਸਾਨ ਨਹੀਂ ਜਤਾਉਣਾ, ਦੇ ਕੇ ਸ਼ੁਕਰਾਨਾ ਕਰਨਾ ਹੈ। ਸ਼ੁਕਰ ਹੈ ਮਹਾਰਾਜ, ਤੂੰ ਮੇਰੀ ਸੜੀ ਹੋਈ ਜਿੰਦ, ਪਾਪਾਂ ਬਕਰਨ ਨਾਲ ਲਿਬੜੀ ਹੋਈ ਜਿੰਦ ਪ੍ਰਵਾਨ ਕੀਤੀ ਹੈ, ਤੇਰਾ ਸ਼ੁਕਰ ਹੈ ਗਰੀਬ ਨਵਾਜ। ਅਸੀਂ ਤਾਂ ਕਿਤੇ ਅੰਮ੍ਰਿਤ ਵੇਲੇ ਜਾਗ ਪਈਏ, ਰੱਬ ਤੇ ਅਹਿਸਾਨ ਕਰਦੇ ਹਾਂ, ਰੱਬਾ ਅੰਮ੍ਰਿਤ ਵੇਲੇ ਜਾਗਦੇ ਸੀ, ਤੇਰੀ ਜਪਜੀ ਸਾਹਿਬ ਦਾ ਪਾਠ ਕਰਦੇ ਸੀ, ਤੂੰ ਸਾਡਾ ਆਹ ਕੰਮ ਨਹੀਂ ਕੀਤਾ, ਤੂੰ ਸਾਡਾ ਉਹ ਕੰਮ ਨਹੀਂ ਕੀਤਾ, ਮੈਨੂੰ ਜ਼ੁਕਾਮ ਕਿਉਂ ਹੋ ਗਿਆ, ਮੈਨੂੰ ਬੁਖਾਰ ਕਿਉਂ ਹੋ ਗਿਆ। ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਅਸੀਂ ਉਹਦੇ ਨਾਲ, ਜਿਵੇਂ ਨਾ ਇੱਕ ਮਤਲਬ ਕੁਚੱਜੀ ਘਰ ਵਾਲੀ ਹੁੰਦੀ ਹੈ, ਘਰ ਵਾਲੇ ਨਾਲ ਉਈਓ ਲੜੀ ਜਾਂਦੀ ਹੈ ਬਿਨਾਂ ਕਿਸੇ ਗੱਲ ਤੋਂ ਹੀ। ਅਸੀਂ ਉਸ ਵਾਂਗੂ ਗੁਰੂ ਮਹਾਰਾਜ ਨਾਲ ਹਰ ਵੇਲੇ ਝਗੜਾ ਕਰਦੇ ਹਾਂ। ਕਿਸੇ ਵੇਲੇ ਕਿਤੇ ਰੋਟੀ ਖੁੰਝ ਗਈ, ਅੱਗਾ ਪਿੱਛਾ ਹੋ ਗਿਆ, ਫਿਰ ਅਸੀਂ ਉਹਨੂੰ ਉਲਾਂਭੇ ਦਿੰਦੇ ਹਾਂ। ਇਹ ਸ਼ਿਕਵੇ ਕਰਦੇ ਹਾਂ ਉਹਦੇ ਨਾਲ। ਸਾਧ ਸੰਗਤ ਜੀ, ਸ਼ਿਕਵਿਆਂ ਦੇ ਵਿੱਚੋਂ ਸੇਕ ਨਿਕਲਦਾ ਹੈ। ਸੇਕ ਹਮੇਸ਼ਾ ਦੂਰੀਆਂ ਪੈਦਾ ਕਰਦਾ ਹੈ। ਸ਼ੁਕਰਾਨੇ ਦੇ ਵਿੱਚੋਂ ਠੰਡਕ ਨਿਕਲਦੀ ਹੈ। ਸ਼ੁਕਰਾਨਾ ਹਮੇਸ਼ਾ ਨੇੜਤਾ ਦਿੰਦਾ ਹੈ। ਆਪਾਂ ਆਪਣੇ ਸੰਸਾਰਕ ਰਿਸ਼ਤੇਦਾਰੀਆਂ ਦੇ ਵਿੱਚ ਵੀ ਦੇਖ ਲਈਏ, ਕੋਈ ਆਪਣਾ ਥੋੜ੍ਹਾ ਜਿਹਾ ਸਤਿਕਾਰ ਕਰੇ, ਆਪਾਂ ਉਹਦਾ ਧੰਨਵਾਦ ਕਰੀਏ, ਸ਼ੁਕਰਾਨਾ ਕਰੀਏ। ਆਪਾਂ ਹੁਣ ਸ਼ਹਿਰੀ ਬੰਦੇ ਹਾਂ, ਆਪਾਂ ਪਿੰਡਾਂ 'ਚ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਹਾਂ, ਜੇ ਕੋਈ ਦੁੱਧ ਦੀ ਬੋਤਲ ਦੇ ਦੇ, ਜੇ ਕੋਈ ਸਾਗ ਦਾ ਡੋਲੂ ਭਰ ਦੇ, ਆਪਾਂ ਉਹਦਾ ਸ਼ੁਕਰਾਨਾ ਕਰੀਏ। ਬਈ ਆ ਭੈਣ ਜਾਂ ਭੂਆ ਜਾਂ ਮਾਸੀ, ਕਿਆ ਸਾਗ ਭੇਜਿਆ, ਸਾਡੇ ਤਾਂ ਜਵਾਕ ਉਂਗਲਾਂ ਹੀ ਚੱਟਦੇ ਰਹਿ ਗਏ, ਕਿੰਨਾ ਸਵਾਦ। ਅਗਲੀ ਵਾਰੀ ਨਾ ਉਹ ਹੋਰ ਘਿਓ ਪਾ ਕੇ, ਹੋਰ ਗੰਢੇ ਪਿਆਜ਼ ਟਮਾਟਰ ਪਾ ਕੇ ਤੜਕੇ ਲਾ ਦੇਊਗੀ। ਜੇ ਕਿਤੇ ਕਹਿ ਦਈਏ ਉਹ ਮਾਸੀ ਦੁੱਧ ਕਾਹਦਾ ਦਿੱਤਾ, ਤਾਂ ਖੱਟਾ ਹੋ ਗਿਆ, ਉਹਦਾ ਤਾਂ ਪਨੀਰ ਬਣੀ ਬਣਿਆ, ਸਾਗ ਤਾਂ ਮਿਰਚਾਂ ਹੀ ਬਹੁਤ ਜ਼ਿਆਦਾ ਸੀ, ਤਾਂ ਸਾਡੇ ਜਵਾਕਾਂ ਨੇ ਖਾਧਾ ਹੀ ਨਹੀਂ, ਇਸ ਤਾਂ ਗਾਂ ਨੂੰ ਪਾਇਆ। ਮੁੜ ਕੇ ਨਾ ਫਿਰ ਮਾਸੀ ਨੇ ਕਿਤੇ ਤੁਹਾਨੂੰ ਸਾਗ ਦਿੱਤਾ, ਮੁੜ ਕੇ ਨਾ ਦੁੱਧ ਦੀ ਬੋਤਲ ਭਰਤੀ। ਫਿਰ ਕਿਉਂ? ਸ਼ਿਕਵਾ ਕਰਤਾ, ਸ਼ਿਕਵਾ ਕਰਤਾ। ਸਾਗ 'ਚ ਮਿਰਚਾਂ ਵੱਧ ਵੀ ਆ ਗਈਆਂ, ਆਪਾਂ ਉਹਨੂੰ ਆਪਣੇ ਤਰੀਕੇ ਨਾਲ ਸੰਵਾਰ ਸਕਦੇ ਹਾਂ। ਉਹਨੂੰ ਤੜਕਾ ਲਾ ਲਈਏ, ਘਿਓ ਪਾ ਲਈਏ, ਜਾਂ ਉਹਦੇ ਵਿੱਚ ਕੁਛ ਹੋਰ ਪਾ ਲਈਏ, ਉਹ ਸੰਵਾਰ ਸਕਦੇ ਹਾਂ। ਦੁੱਧ ਖੱਟਾ ਹੋ ਗਿਆ, ਆਪਾਂ ਉਹਦਾ ਹੋਰ ਵੀ ਕੁਛ ਬਣਾ ਸਕਦੇ ਹਾਂ। ਇਹੀ ਗੱਲ ਸਾਡੀ ਪਰਮੇਸ਼ਰ ਨਾਲ ਹੈ। ਪਰਮੇਸ਼ਰ ਨੇ ਸਾਨੂੰ ਸਾਧ ਸੰਗਤ ਜੀ 99.5 ਚੀਜ਼ਾਂ ਦੇਤੀਆਂ, 99.5। ਉਹਨੇ ਅੱਧੀ ਚੀਜ਼ ਸਾਡੇ ਭਲਾਈ ਨੂੰ ਜਾਣਦਿਆਂ ਹੋਇਆਂ ਕਿ ਇਹ ਚੀਜ਼ ਇਸ ਬੰਦੇ ਦੇ ਫਿੱਟ ਨਹੀਂ ਹੈ, ਅਨੁਕੂਲ ਨਹੀਂ ਹੈ, ਉਹ ਚੀਜ਼ ਸਾਨੂੰ ਨਹੀਂ ਦਿੱਤੀ। ਸਾਧ ਸੰਗਤ ਜੀ, ਅਸੀਂ ਉਸ ਦਾ ਸ਼ਿਕਵਾ ਕਰਦੇ ਹਾਂ, ਇਹ ਪਰਮੇਸ਼ਰ ਤਾਂ ਮੈਨੂੰ ਦਿੱਤਾ ਕੀ ਹੈ, ਤਾਂ ਮੈਨੂੰ ਕੀ ਦਿੱਤਾ? ਫਲਾਣੇ ਨੂੰ ਐਡਾ ਵੱਡਾ ਕੱਦ ਦਿੱਤਾ ਹੈ, ਫਲਾਣੇ ਨੂੰ ਇੰਨਾ ਸੋਹਣਾ ਰੰਗ ਦਿੱਤਾ ਹੈ, ਫਲਾਣੇ ਨੂੰ ਇੰਨੇ ਸੋਹਣੇ ਨੈਣ ਨਕਸ਼ ਦਿੱਤੇ ਨੇ, ਫਲਾਣੇ ਨੂੰ ਤੂੰ ਇੰਨਾ ਰੁਪਈਆ ਪੈਸਾ ਦਿੱਤਾ ਹੈ। ਭਲਿਆ ਮਾਨਸਾ, ਅੰਦਰ ਝਾਤ ਮਾਰ, ਤੇਰੀ ਬੰਦਗੀ ਹੈ ਉਨੀ ਜਿੰਨੀ ਉਹਦੀ ਹੈ, ਜਿਹਨੂੰ ਮਿਲਿਆ ਹੋਇਆ ਸਾਰਾ ਕੁਛ। ਤੇਰੀ ਕੋਈ ਕਮਾਈ ਹੈ ਉਨੀ ਹੈ, ਤਾਂ ਤੂੰ ਪ੍ਰਾਇਮਰੀ ਫੇਲ, ਪੋਸਟ ਤੂੰ DC ਦੀ ਭਾਲ ਰਿਹਾ। DC ਦੀ ਪੋਸਟ ਪ੍ਰਾਪਤ ਕਰਨ ਵਾਸਤੇ ਸਾਧ ਸੰਗਤ ਜੀ ਫਿਰ ਮਿਹਨਤ ਵੀ ਤਾਂ ਉਨੀ ਕਰਨੀ ਪਏਗੀ ਨਾ, ਹੱਡ ਵੀ ਤਾਂ ਉਹਨੇ ਗਾਲਣੇ ਪੈਣਗੇ, ਫਿਰ ਉਹ ਪੋਸਟ, ਉਹ ਮਰਤਬਾ ਪ੍ਰਾਪਤ ਹੋਏਗਾ। ਹੁਣ ਬਣਨੇ ਤਾਂ ਚਾਹੁੰਦੇ ਅਸੀਂ ਸੰਤ, ਪਹੁੰਚਣ ਤਾਂ ਚਾਹੁੰਦੇ ਅਸੀਂ ਇਹ ਸਾਗਰੋਂ ਪਾਰ, ਪ੍ਰੀਤਮ ਦੇ ਡੇਰੇ, ਪ੍ਰੀਤਮ ਦੇ ਦੇਸ਼। ਪਰ ਸਾਧ ਸੰਗਤ ਜੀ ਲੱਤਾਂ 'ਚ ਬਲ ਇੰਨਾ ਕੁ ਵੀ ਨਹੀਂ ਕਿ ਵੀ ਅਸੀਂ ਥੋੜ੍ਹਾ ਜਿਹਾ ਤੈਰ ਸਕੀਏ, ਅਸੀਂ ਥੋੜ੍ਹਾ ਜਿਹਾ ਤੁਰ ਸਕੀਏ। ਗਰੀਬ ਨਵਾਜ ਇਹੀ ਕਹਿ ਰਹੇ ਨੇ, ਕਹਿੰਦੇ ਜਦੋਂ ਅੰਦਰ ਲੋਭ ਹੈ, ਅੰਦਰ ਲਾਲਚ ਹੈ, ਤਾਂ ਕੋਈ ਪ੍ਰੇਮ ਨਹੀਂ। ਲਵ ਤਾਂ ਕੂੜਾ ਨੇ, ਜੇ ਲਾਲਚ ਹੈ ਨਾ ਅੰਦਰ, ਇਹ ਪੱਕੀ ਗਰੰਟੀ ਹੈ ਉਹ ਪਿਆਰ ਝੂਠਾ ਹੈ। ਇਹ ਅਸਨੇਹ ਦਾ ਨਾ ਸੰਖੇਪ ਰੂਪ ਹੈ, ਪੂਰਾ ਸ਼ਬਦ ਹੈ ਅਸਨੇਹ। ਫਿਰ ਉਸ ਤੋਂ ਛੋਟਾ ਹੈਗਾ ਸਨੇਹ, ਉਹ ਤੋਂ ਛੋਟਾ ਬਣ ਗਿਆ ਨੇਹ, ਉਹ ਤੋਂ ਛੋਟਾ, ਸਭ ਤੋਂ ਛੋਟਾ ਨੇਹ ਹੈ, ਭਾਵ ਪ੍ਰੇਮ। ਪ੍ਰੇਮ ਇੱਕ ਐਸੀ ਚੀਜ਼ ਹੈ ਜਿਹਦੇ ਬਾਰੇ ਗੁਸਾਈ ਤੁਲਸੀਦਾਸ ਨੂੰ ਲਿਖਣਾ ਪਿਆ। ਪੋਥੀ ਪੜ੍ਹ ਪੜ੍ਹ ਜਗ ਮੂਆ, ਪੰਡਤ ਭਇਓ ਨਾ ਕੋਏ,
ढाई अक्षर प्रेम के पढ़े सो पंडित होए। जिन्हें प्रेम कर लिया साध संगत जी समझ लो उन्हें सारियां विद्यावां पढ़ दियां, उन्हें सारे वेद सारे शास्त्र सारे पुराण कुरान सारे पढ़ते, क्योंकि गुरु कलगीधर ने एक फैसला दे दिता, जिन प्रेम कियो तिन ही परब पायो। क्योंकि परमेश्वर बाइबल दे विच लिखा लव इज गॉड, गॉड इज लव। परमेश्वर प्रेम रूप होके आपां जाप साहब दे विच पढ़दे ना रोज़, फैलियो होए अनुराग रुआल छंद दे विच आपां पढ़दे हां, वो प्रेम बन के ही सारी इस ब्रह्मंड दे विच सारे ब्रह्मंडां दे विच वो प्रेम बन के पसरिया होया। साध संगत जी कोई हिंदी बोलदा है, कोई अंग्रेजी बोलदा है, कोई पंजाबी बोलदा है, कोई तमिल बोलदा है, कोई कन्नड़ा बोलदा है, कोई कुछ बोलदा है। हो सकदा वो भाषावां सानूं समझ नहीं आउंदियां, पर प्रेम एक ऐसी बोली है ना, तुसीं कुत्ते वाल भी ना प्रेम नाल देख के मुस्कुराओ, कुत्ता भी ना पूछ हिलाएगा। किसी डंगर पशु अनपढ़ जहाल जिन्हों साडी बोली समझ नहीं आउंदी, तुसीं उस नूं जदों प्रेम दे नाल बोलोगे, प्रेम दे नाल अदावां भेंट करोगे, वो बंदा ना तुहाडी बोली ये पंजाबी समझ आवे चाहे ना आवे, वो जरूर अपनी सीट तो उठ के खड़ा हो जाएगा। प्रेम एक ऐसी बोली है, ऐसी भाषा है जिन्हों खंडां ब्रह्मंडां दे समस्त जीव समझते हैं, क्योंकि परमात्मा ये प्रेम की जोत ही जगा के सारिਆਂ ਦੇ अंदर बैठे। कहने जे अंदर लालच है तो यह ने सच्चा नहीं है, कूड़ा नहीं है, कूड़ा नहीं है। अगे उदाहरण दी है बाबा जी ने, किचर झत लंघाई है छप्पर टुटा में। हुण कहने किचर झत भाव किन्ना कुर चिर, झत मैंने समा जिन्हों आप झट कहने। हुण कहने छप्पर टुटिया होया, मूसले धार मीह पै रहा, किन्ना कुर चिर आपां उहते सुक्के रह सकते हैं? भिज जांगे 5 मिनट 10 मिनट खड़ जांगे उहदे हेठां, छप्पर तां टुटिया होया, भिज जांगे। इस तरह ये जिहड़ा लालची बंदे दा प्रेम है वो प्रगट हो जाता। शुरू शुरू तो बस है अपने लोभ को कीनो मीत, शुरू शुरू तो असीं लालच दे पासे लगते हैं कि जी आ मेरे बच्चा नहीं हो रहा जी, मेरे जिहड़ा है कारज फसे हुए ने जी, मेरे जिहड़ा है एक तंदुरुस्ती नहीं है जी। शुरू शुरू दे विच जिहड़ी मतलब कह लईए भी आपां शुरुआती अवस्था है वो असीं लालच दे अधीन ही आके परमेश्वर दे द्वार ते आउंदे हां। जिहड़ा बंदा सियाणा हुंदा है ना वो फिर इस तो अगे लंघ जांदा, नहीं तो ना फिर कई बार की हुंदा साध संगत जी, जे आपां लालच दे विच ही फसे रहीए। देखो बाबा जी ने आपां नूं कई बारी कथा सुनाई है बई भगवान रामचंद्र दे गुरु वशिष्ठ जी कथा कर रहे हैं, कथा बड़ी गंभीर चल रही है, ब्रह्म ज्ञान के लैवल की कथा चल रही है, बड़ी गंभीर। अचानक भगवान रामचंद्र ठहाका मार के हस पे, ताड़ी मार के हस पे। बड़े आनंद दे विच संगतां सुन रही सी सारी कथा। गुरु जी हैरान होए, कहने भगवान इस कथा दे विच हसण वाली तो कोई गल ही नहीं है, तुसीं ठहाका मार के हसे हो, इहदे विच हसण वाली तो कोई गल नहीं है, ये तो बड़ी गंभीर कथा चल रही है, बड़े औखे पैंडे नूं पार करन दी गल चल रही है। भगवान कहने गुरु जी मैं तुहाडी कथा सुन के नहीं हसिया, बदकिस्मती दे नाल मेरा ध्यान आ कंध दे उत्ते ना आ कीड़ा चढ़िया जा रहा है, बदकिस्मती नाल, देखो शौ नहीं, बदकिस्मती नाल मेरा ध्यान तुहाडी कथा चों निकल के ये कीड़े वाले चलिया गया। ये कीड़े दीयां लत्तां 2 टुटियां हुईयां ने, लंगड़ा कीड़ा, कीड़े दे 6 लत्तां हुंदियां ने, ये 4 लत्तां नाल कंध दे उत्ते जाण दी कोशिश कर रहा है। तो संगत हैरान हुई भी फिर ये कीड़ा है, कीड़ा चढ़ रहा है कंध ते, इनू तो देख के हसन वाली तो कोई गल जचदी नहीं है। उन्हें दस्या ये ना 14 वारी स्वर्ग का राजा इंद्र बन चो रह चुके 14 वारी। हुण ये 15वीं वार ये फिर मतलब अपने स्वर्ग नूं जाण दी कोशिश कर रहा है कि मैं दोबारे फिर उत्थों का राज माणा। ये कथा का मतलब की सुनाउण दा, असीं ना दुनियावी चीज़ां दे विच ही फस के रह जन्ने आ। असीं ये नहीं सोचते ये दुੱਧ तो पुੱਤ तो धन तो लक्ष्मी तो अगे भी कोई आनंद चीज़ हैगी है।
ਬਸ ਅਸੀਂ ਇੱਥੇ ਜੇ ਕਿਤੇ ਸਾਡਾ ਕੋਈ ਜ਼ੁਕਾਮ ਨਹੀਂ ਹਟਿਆ, ਸਾਡੀ ਖੰਘ ਖਾਂਸੀ ਨਹੀਂ ਹਟੀ, ਅਸੀਂ ਰੱਬ ਨਾਲ ਰੁੱਸ ਜਾਂਦੇ ਹਾਂ, ਗੁਰਦੁਆਰੇ ਆਉਣਾ ਬੰਦ ਕਰ ਦਿੰਦੇ ਹਾਂ। ਇਹ ਨਹੀਂ ਦੇਖਦੇ ਵੀ ਇਸ ਤੋਂ ਅੱਗੇ ਵੀ ਕੁਛ ਹੈਗਾ, ਅਸੀਂ ਉਹਦਾ ਆਨੰਦ ਮਾਣੀਏ, ਅਸੀਂ ਜਿਹੜਾ ਹੈ ਉਹਦਾ ਲੁਤਫ ਉਠਾਈਏ। ਇਹਨਾਂ ਚੀਜ਼ਾਂ 'ਚ ਹੀ ਨਹੀਂ ਫਸੇ ਰਹਿਣਾ। ਸ਼ੁਰੂ ਦੇ ਵਿੱਚ ਠੀਕ ਹੈ ਆਪਾਂ ਮੰਗਦੇ ਹਾਂ, ਪਰ ਇਹਨਾਂ ਚੀਜ਼ਾਂ 'ਚ ਨਹੀਂ ਫਸੇ ਰਹਿਣਾ ਹੈਗਾ। ਇਸ ਤੋਂ ਅੱਗੇ ਦੀ ਵੀ ਆਪਾਂ ਗੱਲ ਕਰੀਏ। ਉਦਾਹਰਣ ਦਿੱਤੀ ਹੈ, ਕਹਿੰਦੇ ਟੁੱਟਿਆ ਹੋਇਆ ਛੱਪਰ ਹੈ, ਮੀਂਹ ਮੂਸਲੇ ਧਾਰ ਪੈ ਰਿਹਾ ਹੈ, ਕਿੰਨੀ ਕੁ ਦੇਰ ਵਿੱਚ ਸੁੱਕੇ ਰਹਿ ਸਕਦੇ ਹਾਂ। ਭਾਵ ਇਹ ਲਾਲਚੀ ਬੰਦਾ ਜਿਹੜਾ ਨੇਹ ਦਾ ਪ੍ਰਗਟਾਵਾ ਕਰ ਰਿਹਾ ਹੈ, ਕਿੰਨੀ ਕੁ ਦੇਰ ਪ੍ਰਗਟਾਵਾ ਕਰੇਗਾ, ਉਸ ਨੇ ਇੱਕ ਨਾ ਇੱਕ ਦਿਨ ਪ੍ਰਗਟ ਹੋਏ ਜਾਣਾ ਹੁੰਦਾ ਹੈ। ਬਾਬਾ ਫਰੀਦ ਜੀ ਫਰਮਾਉਂਦੇ ਨੇ ਅੱਗੇ, ਫਰੀਦਾ ਜੰਗਲ ਜੰਗਲ ਕਿਆ ਭਾਵੇਂ, ਵਣ ਕੰਡਾ ਮੋੜੇ, ਵਸੀ ਰੱਬ ਹਿਆਲੀਐ, ਜੰਗਲ ਕਿਆ ਢੂੰਡੇ। ਫਰੀਦਾ ਇਹ ਜੰਗਲਾਂ ਦੇ ਵਿੱਚ ਕੀ ਫਿਰਦਾ ਤੂੰ, ਕੀ ਜੰਗਲਾਂ ਦੇ ਵਿੱਚ ਭੌਂਦਾ ਫਿਰਦਾ ਤੂੰ। ਸਾਧ ਸੰਗਤ ਜੀ ਪਹਿਲਾਂ ਨਾ ਇਸਲਾਮ ਦੇ ਵਿੱਚ ਵੀ, ਸਨਾਤਨ ਧਰਮ ਦੇ ਵਿੱਚ ਵੀ ਇਹ ਸੀ ਕਿ ਜੇ ਰੱਬ ਦੀ ਪ੍ਰਾਪਤੀ ਕਰਨੀ ਹੈ ਤਾਂ ਜੰਗਲਾਂ ਦੇ ਵਿੱਚ ਜਾਣਾ ਪਏਗਾ, ਪਹਾੜਾਂ ਦੀਆਂ ਕੰਦਰਾਂ ਵਿੱਚ ਜਾਣਾ ਪਏਗਾ, ਪਰਿਵਾਰ ਤੋਂ ਦੂਰ ਰਹਿਣਾ ਪਏਗਾ। ਗੁਰੂ ਨਾਨਕ ਦੇਵ ਮਹਾਰਾਜ ਨੇ ਸਿਧਾਂਤ ਦਿੱਤਾ ਇਸ ਦੁਨੀਆ ਨੂੰ। ਬਾਬਾ ਜੀ ਫਰਮਾਉਂਦੇ ਨੇ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗ੍ਰਹਿ ਤਾਜਵਣ ਖੰਡ ਜਾਈਐ, ਚੁਣ ਖਾਈਐ ਕੰਦਾ, ਅਜੂ ਬਕਾਰ ਨਾ ਛੋੜੇ, ਪਾਪੀ ਮਨ ਮੰਦਾ। ਮਹਾਰਾਜ ਦੀ ਬਾਣੀ ਕਹਿੰਦੇ ਆ, ਸੋ ਇਕਾਂਤੀ ਜਿਸ ਹਿਰਦਾ ਠਾਏ। ਅਸਲ ਵਿੱਚ ਉਹੀ ਇਕਾਂਤਵਾਸ ਦੇ ਵਿੱਚ ਹੈ ਜਿਹਦਾ ਹਿਰਦਾ। ਸਾਧ ਸੰਗਤ ਜੀ ਜੰਗਲਾਂ ਵਿੱਚ ਲੋਕ ਜਾਂਦੇ ਸੀ ਕਿ ਦੁਨੀਆ ਦਾ ਸ਼ੋਰ ਸ਼ਰਾਬਾ ਹੈ। ਅਸਲ ਦੇ ਵਿੱਚ ਇਹ ਸ਼ੋਰ ਸ਼ਰਾਬਾ ਦੁਨੀਆ ਦਾ ਨਹੀਂ ਹੈ, ਇਹ ਸਾਡੇ ਮਨ ਦੇ ਵਿੱਚ ਸ਼ੋਰ ਸ਼ਰਾਬਾ ਹੈ। ਜਦੋਂ ਸਾਡੇ ਮਨ ਦੇ ਵਿੱਚ ਸ਼ਾਂਤੀ ਆ ਗਈ, ਸਾਨੂੰ ਦੁਨੀਆ ਦਾ ਸ਼ੋਰ ਸ਼ਰਾਬਾ ਡਿਸਟਰਬ ਨਹੀਂ ਕਰਦਾ। ਇਹਨੂੰ ਕਹਿੰਦੇ ਨੇ ਪਰ ਸਥਿਤੀ। ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀ ਆ ਮਨੋ ਸਥਿਤੀ, ਇੱਕ ਹੁੰਦੀ ਆ ਪਰ ਸਥਿਤੀ। ਸਾਧ ਸੰਗਤ ਜੀ ਜਿੰਨੇ ਦੁਨੀਆ ਦੇ ਵਿੱਚ ਭਗਤ ਹੋਏ ਨੇ, ਚਾਹੇ ਉਹ ਇਸਲਾਮ ਨਾਲ ਸੰਬੰਧਿਤ ਨੇ, ਚਾਹੇ ਉਹ ਸਨਾਤਨ ਧਰਮ ਨਾਲ ਸੰਬੰਧਿਤ ਨੇ, ਚਾਹੇ ਉਹ ਬੌਧ ਨਾਲ, ਜੈਨ ਨਾਲ, ਪਾਰਸੀ, ਈਸਾਈ, ਕਿਸੇ ਵੀ ਧਰਮ ਨਾਲ ਸੰਬੰਧਿਤ ਨੇ, ਇੱਕ ਵੀ ਭਗਤ ਦੀ ਪਰਿਸਥਿਤੀ ਠੀਕ ਨਹੀਂ ਸੀ। ਬਾਬਾ ਕਬੀਰ ਜੀ ਨੇ ਘਰੇ ਬਹੁਤ ਜ਼ਿਆਦਾ ਗਰੀਬੀ ਹੈ, ਮਾਂ ਵੀ ਵਿਰੋਧ ਕਰ ਰਹੀ ਹੈ ਭਗਤੀ ਦਾ। ਉਹ ਕਹਿੰਦੀ ਇਹ ਮੁੰਡਾ ਕਹਿੰਦੀ ਜੰਮਦਾ ਕਿਉਂ ਨਾ ਮਰ ਗਿਆ, ਕਿੱਥੇ ਨੇ ਸਿਆਪਾ ਛੇੜਿਆ। ਦੋ ਸਾਧ ਆਉਂਦੇ ਨੇ, ਦੋ ਚਲੇ ਜਾਂਦੇ ਨੇ, ਉਹਨਾਂ ਨੂੰ ਰੋਟੀ ਦਿੰਦਾ, ਸਾਨੂੰ ਛੋਲੇ ਚੱਬਣ ਨੂੰ ਮਿਲਦੇ ਨੇ, ਉਹਨਾਂ ਨੂੰ ਮੰਜਿਆਂ 'ਤੇ ਪਾਉਂਦਾ, ਸਾਨੂੰ ਜਿਹੜਾ ਹੈ ਮਤਲਬ ਹੇਠਾਂ ਸੌਣਾ ਪੈਂਦਾ। ਹਮਕੋ ਸਾਥਰ ਉਨਕੋ ਖਾਟ, ਹਮਕੋ ਸਾਥਰ ਉਨਕੋ ਖਾਟ। ਕਹਿੰਦੇ ਦੋ ਆਉਂਦੇ ਨੇ, ਦੋਨਾਂ ਨੂੰ ਅਜੇ ਵਿਦਾ ਕਰਦਿਆਂ ਦੋ ਹੋਰ ਆ ਜਾਂਦੇ ਨੇ, ਉਹਨਾਂ ਨੂੰ ਵਿਦਾ ਕਰਦਿਆਂ ਚਾਰ ਹੋਰ ਆ ਜਾਂਦੇ ਨੇ। ਕੱਲਾ ਆਪ ਨਹੀਂ ਰੋਈ, ਆਪਣੇ ਸ਼ਰੀਕੇ ਦੇ ਵਿੱਚ ਸੁਣੋ ਦਰਾਣੀ, ਸੁਣੋ ਜਠਾਣੀ, ਉਹ ਰੋਂਦੀ ਹੈ। ਕਹਿੰਦੇ ਮੇਰੇ ਪੋਤੇ ਪੋਤੀਆਂ ਕਿਵੇਂ ਜਿਉਣਗੇ। ਇਹਨੇ ਕਹਿੰਦੇ ਲਹੂ ਪੀ ਲਿਆ ਮੇਰਾ। ਬਾਬਾ ਨਾਮਦੇਵ ਨੇ ਮੰਦਰਾਂ 'ਚੋਂ ਧੱਕੇ ਪਏ ਨੇ, ਬਾਬਾ ਰਵਿਦਾਸ ਜੀ ਨੇ ਉਹ ਬੇਪਤ ਕੀਤੇ ਨੇ, ਸਮਾਜ ਨੇ ਗੱਲਾਂ ਹੀ ਛੱਡ ਦਿਓ। ਗੁਰੂ ਨਾਨਕ ਨੇ ਲੋਕਾਂ ਨੇ ਕਰਾਈਆ ਕਿਹਾ, ਬੇਤਾਲਾ ਕਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਨੇ ਲਟੇਰਾ ਕਿਹਾ, ਕਿਸੇ ਨੇ ਕੁਛ ਕਿਹਾ, ਕਿਸੇ ਨੇ ਕੁਛ ਕਿਹਾ। ਭਗਵਾਨ ਰਾਮ ਨੇ 14 ਸਾਲ ਦਾ ਬਨਵਾਸ ਝੱਲਣਾ ਪੈ ਗਿਆ। ਭਗਵਾਨ ਕ੍ਰਿਸ਼ਨ ਨੇ ਰਾਜ ਮਹਿਲਾਂ ਨੂੰ ਛੱਡ ਕੇ ਗਵਾਲਿਆਂ ਦੇ ਘਰੇ ਪਾਲਣਾ ਪੈ ਗਿਆ। ਜਿੰਨੇ ਵੀ ਭਗਤ ਹੋਏ ਨੇ ਸਾਰਿਆਂ ਦੀ ਪਰਿਸਥਿਤੀ ਕਿਸੇ ਦੀ ਠੀਕ ਨਹੀਂ ਸੀ। ਅਸੀਂ ਐਂ ਕਹਿੰਦੇ ਨਾ ਵੀ ਆਹ ਕੁੜੀ ਦਾ ਵਿਆਹ ਕਰ ਦਈਏ, ਚਲੋ ਫੇਰ ਅੰਮ੍ਰਿਤ ਛਕ ਕੇ ਫੇਰ ਭਗਤੀ ਕਰਾਂਗੇ, ਆਹ ਮੁੰਡੇ ਦਾ ਵਿਆਹ ਕਰ ਲਈਏ ਫੇਰ ਕਰਾਂਗੇ। ਬਿਲਕੁਲ ਕੋਰਾ ਝੂਠ ਹੈ, ਕੋਰਾ ਝੂਠ ਹੈ। ਜਿਵੇਂ ਸਾਗਰ ਬਿਨਾਂ ਲਹਿਰਾਂ ਤੋਂ ਨਹੀਂ ਹੁੰਦਾ, ਉਸੇ ਤਰ੍ਹਾਂ ਸਾਡੀ ਜ਼ਿੰਦਗੀ ਬਿਨਾਂ ਚਿੰਤਾਵਾਂ, ਬਿਨਾਂ ਮੁਸ਼ਕਲਾਵਾਂ ਤੋਂ ਨਹੀਂ ਹੁੰਦੀ। ਜਿੰਨੀ ਦੇਰ ਜ਼ਿੰਦਗੀ ਰਹੇਗੀ ਸਾਧ ਸੰਗਤ ਜੀ, ਕੋਈ ਨਾ ਕੋਈ ਮੁਸ਼ਕਲ ਆਏਗੀ ਆਏਗੀ। ਭਗਤੀ ਕਰਨ ਵਾਲੇ ਦਾ ਸਭ ਤੋਂ ਪਹਿਲਾਂ ਵਿਰੋਧ ਘਰੋਂ ਹੋਏਗਾ। ਪ੍ਰਹਲਾਦ ਨੂੰ ਉਹਦੇ ਬਾਪ ਨੇ ਕਿਹੜਾ ਤਸੀਹਾ ਜਿਹੜਾ ਨਹੀਂ ਦਿੱਤਾ। ਪਹਾੜ ਤੋਂ ਉਹਨੂੰ ਸਿੱਟਤਾ, ਪਾਣੀ ਦੇ ਵਿੱਚ ਉਹਨੂੰ ਡੋਬਣ ਦਾ ਯਤਨ ਕੀਤਾ ਗਿਆ, ਅੱਗ ਦੇ ਵਿੱਚ ਉਹਨੂੰ ਜਲਾਉਣ ਦਾ ਯਤਨ ਕੀਤਾ ਗਿਆ। ਸਾਧ ਸੰਗਤ ਜੀ ਕਿਹੜਾ ਤਸੀਹਾ ਜਿਹੜਾ ਨਹੀਂ ਦਿੱਤਾ ਗਿਆ। ਬਸ ਜਦੋਂ ਮਨੋ ਸਥਿਤੀ ਠੀਕ ਹੋਵੇ ਨਾ, ਫਿਰ ਸਾਧ ਸੰਗਤ ਜੀ ਸਾਰੇ ਤਸੀਹੇ ਖੰਡ ਮਿਸ਼ਰੀ ਵਰਗੇ ਲੱਗਦੇ ਨੇ।
ਮੀਰਾ ਬਾਈ ਫਿਰ ਜ਼ਹਿਰ ਦੇ ਪਿਆਲੇ ਨੂੰ ਵੀ ਨਾ ਅੰਮ੍ਰਿਤ ਸਮਝ ਕੇ ਪੀ ਲੈਂਦੀ ਆ, ਕਿਉਂਕਿ ਮਨੋਸਥਿਤੀ ਠੀਕ ਹੈ। ਸਾਡੀ ਮਨੋਸਥਿਤੀ ਠੀਕ ਨਹੀਂ, ਅਸੀਂ ਕਹਿੰਦੇ ਹਾਂ ਨਹੀਂ ਜੀ ਚਲ ਬੁੱਢੇ ਜੇ ਹੋ ਜਾਈਏ, ਹੁਣ ਤਾਂ ਨਾਈ ਦੇ ਜਾਣਾ ਪੈਂਦਾ, ਬਿਊਟੀ ਪਾਰਲਰ ਜਾਣਾ ਪੈਂਦਾ, ਬਾਲ ਰੰਗਣੇ ਪੈਂਦੇ ਨੇ, ਫਿਰ ਕਰਾਂਗੇ। ਇਹਦਾ ਮਤਲਬ ਮਨ ਹਰਾਮੀ, ਹੁਜਤਾਂ ਢੇਰ, ਹੁਜਤਾਂ ਹੀ ਹੁਜਤਾਂ ਨੇ ਸਾਡੇ ਮਨ ਕੋਲੇ, ਉਕਤੀਆਂ ਜੁਗਤੀਆਂ ਨੇ, ਕਿਉਂਕਿ ਮਨੋਸਥਿਤੀ ਠੀਕ ਨਹੀਂ ਹੈ। ਜੇ ਆਪਾਂ ਦੇਖੀਏ ਗੁਰੂ ਗੋਬਿੰਦ ਸਿੰਘ ਦੀ ਪਰਿਸਥਿਤੀ ਠੀਕ ਸੀ, ਬਾਪ ਉਹਨਾਂ ਦਾ ਕਤਲ ਕਰ ਦਿੱਤਾ ਗਿਆ, ਘਰ-ਬਾਰ ਉਹਨਾਂ ਦਾ ਉਜਾੜ ਦਿੱਤਾ ਗਿਆ, ਘਰੋਂ ਨਿਕਲਣ ਵਾਸਤੇ ਮਜਬੂਰ ਕਰਤੇ, ਬੱਚੇ ਅੱਖਾਂ ਦੇ ਸਾਹਮਣੇ ਸ਼ਹੀਦ ਉਹਨਾਂ ਦੇ ਹੋ ਗਏ, ਜਾਨ ਨਾਲੋਂ ਵੱਧ ਖਾਲਸਾ ਤਲਵਾਰਾਂ ਦੇ ਘਾਟ ਉਤਾਰ ਦਿੱਤਾ ਗਿਆ। ਮਤਲਬ ਮਖਮਲੀ ਸੇਜਾਂ ਤੇ ਸੌਣ ਵਾਲੇ ਕੰਡਿਆਂ ਰੋੜਾਂ ਦੇ ਵਿਛਾਉਣੇ ਉੱਤੇ ਪੈਣ ਵਾਸਤੇ ਮਜਬੂਰ ਹੋ ਗਏ। ਕੋਈ ਉਹਨਾਂ ਦੀ ਪਰਿਸਥਿਤੀ ਠੀਕ ਸੀ, ਪਰ ਫਿਰ ਵੀ ਸਰਸਾ ਦੇ ਕਿਨਾਰੇ ਬੈਠ ਕੇ ਵਰਦੇ ਮੀਂਹ ਦੇ ਵਿੱਚ, ਚੱਲਦੇ ਵਹਿੰਦੇ ਖੰਡਿਆਂ ਦੇ ਵਿੱਚ ਬੈਠ ਕੇ ਉਹਨਾਂ ਨੇ ਬੰਦਗੀ ਕੀਤੀ ਹੈ, ਪਰਮਾਤਮਾ ਦਾ ਨਾਮ ਸਿਮਰਿਆ ਹੈ। ਬਸ ਜਿੱਦੇ ਸਾਡੀ ਮਨੋਸਥਿਤੀ ਠੀਕ ਹੋ ਗਈ ਨਾ, ਫਿਰ ਸਾਡੇ ਕੋਲੇ ਕੋਈ ਬਹਾਨਾ ਨਹੀਂ ਹੋਣਾ ਜੀ ਉਹ ਤਾਂ ਆਲਸ ਪੈਂਦੀ ਹੈ ਜੀ, ਉਹ ਪਤਾ ਕੀ ਹੈ ਜੀ ਸਿਰ ਦੁਖਦਾ ਹੈ, ਜੇ ਸਵੇਰੇ ਉੱਠ ਜਾਓ ਨਾ ਜੀ ਨਿਛਾਂ ਆਉਂਦੀਆਂ ਨੇ, ਇਹ ਸਾਡੇ ਬਹਾਨੇ ਨੇ ਸਭ। ਜਿੱਦੇ ਮਨੋਸਥਿਤੀ ਠੀਕ ਹੋ ਗਈ, ਸਤਿਗੁਰੂ ਸਾਡੀ ਮਨੋਸਥਿਤੀ ਠੀਕ ਕਰਨ। ਬਾਬਾ ਜੀ ਹੁਣ ਇਹ ਕਹਿ ਰਹੇ ਨੇ, ਕਹਿੰਦੇ ਜੰਗਲ ਕਾਹਦੇ ਵਾਸਤੇ ਘੁੰਮ ਰਿਹਾ ਭਾਈ ਤੂੰ, ਕਾਹਦੇ ਵਾਸਤੇ ਭਾਂਵ ਰਿਹਾ ਜੰਗਲ, ਵਣ ਕੰਡਾ ਮੋੜੇ, ਇਹ ਵਣਾਂ ਦੇ ਕੰਡਿਆਂ ਨੂੰ ਕਿਉਂ ਮੋੜ ਰਹੇ, ਝਾੜੀਦਾਰਾਂ ਦੇ ਉੱਤੇ ਪੈਰ ਲੱਦ ਰੱਖ ਕੇ ਕਿਉਂ ਮੋੜ ਰਹੇ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੂੰਡੇ। ਉਹ ਕਮਲਿਆ ਮਨਾ, ਰੱਬ ਤਾਂ ਤੇਰੇ ਹਿਰਦੇ 'ਚ ਵਸਦਾ। ਹੁਣ ਬਟੂਆ ਮੇਰਾ ਪਿਆ ਹੋਵੇ ਬੈੱਡਰੂਮ 'ਚ, ਮੈਨੂੰ ਡਰਾਇੰਗ ਰੂਮ 'ਚ ਲੱਭੀ ਜਾਵਾਂ, ਜਾਂ ਡਾਇਨਿੰਗ ਰੂਮ 'ਚ ਲੱਭੀ ਜਾਵਾਂ, ਜਾਂ ਵਾਸ਼ਰੂਮ 'ਚ ਲੱਭੀ ਜਾਵਾਂ, ਕਿੱਥੋਂ ਲੱਭੇਗਾ, ਸਾਰੀ ਉਮਰ ਲੱਭੀ ਜਾਵਾਂ, ਨਹੀਂ ਲੱਭੇਗਾ। ਜਦੋਂ ਬੈੱਡਰੂਮ ਦੇ ਵਿੱਚ ਜਾਵਾਂਗਾ, ਲਾਈਟ ਬਾਲਾਂਗਾ, ਉੱਥੇ ਜਾ ਕੇ ਲੱਭਾਂਗਾ, ਕੋਸ਼ਿਸ਼ ਕਰਾਂਗਾ, ਲੱਭ ਜਾਏਗਾ। ਹੁਣ ਰੱਬ ਤਾਂ ਬੈਠਾ ਹਿਰਦੇ ਦੇ ਵਿੱਚ, ਅਸੀਂ ਲੱਭ ਰਹੇ ਹਾਂ ਜੰਗਲਾਂ ਦੇ ਵਿੱਚ, ਅਸੀਂ ਲੱਭ ਰਹੇ ਹਾਂ ਉਸ ਨੂੰ ਹੋਰ ਥਾਵਾਂ ਦੇ ਉੱਤੇ, ਨਹੀਂ ਲੱਭੇਗਾ, ਕਿਉਂਕਿ ਉੱਥੇ ਹੈ ਨਹੀਂ, ਉਹ ਤਾਂ ਸਾਡੇ ਹਿਰਦੇ 'ਚ ਹੈ। ਸਾਧ ਸੰਗਤ ਜੀ ਬਾਹਰੋਂ ਸਾਨੂੰ ਤਦ ਦੱਸੇਗਾ ਜਦੋਂ ਸਭ ਤੋਂ ਪਹਿਲਾਂ ਸਾਨੂੰ ਸਾਡੇ ਹਿਰਦੇ 'ਚੋਂ ਦਰਸ਼ਨ ਹੋਣਗੇ, ਉਹਦੇ ਸਾਨੂੰ ਸਾਡੇ ਹਿਰਦੇ 'ਚੋਂ ਮਹਿਸੂਸ ਹੋਏਗਾ, ਫਿਰ ਸਾਨੂੰ ਰੱਬ ਬਾਹਰੋਂ ਦੱਸੇਗਾ, ਫਿਰ ਨਾ ਸਾਨੂੰ ਜ਼ਰੇ 'ਚ ਦੱਸੇਗਾ, ਫਿਰ ਸਾਨੂੰ ਉਹ ਰੋਮ ਦੇ ਵਿੱਚ ਰਮਿਆ ਹੋਇਆ ਦੱਸੇਗਾ। ਫਿਰ ਅਸੀਂ ਨਾ ਆਪ ਮੁਹਾਰੇ ਕਹਿ ਉੱਠਾਂਗੇ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ। ਫਿਰ ਅਸੀਂ ਉਹਨੂੰ ਕਹਾਂਗੇ ਘਟ ਵਾਸੀ ਸਰਬ ਨਿਵਾਸੀ, ਨੇਰਾ ਹੂੰ ਤੇ ਨੇਰਾ। ਫਿਰ ਅਸੀਂ ਕਹਾਂਗੇ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਤਾਂ ਅਸੀਂ ਮਹਿਸੂਸ ਕਰਾਂਗੇ ਕਿ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਕੋਈ ਗਾਲਾਂ ਵੀ ਕੱਢ ਰਿਹਾ ਹੈ ਨਾ, ਫਿਰ ਵੀ ਲੱਗੇਗਾ ਮੇਰਾ ਰਾਮ ਹੀ ਬੋਲਦਾ ਪਿਆ। ਕੋਈ ਭੈੜਾ ਵੀ ਬੋਲ ਰਿਹਾ ਹੈ, ਕੋਈ ਦਰਸੀਸਾਂ ਵੀ ਦੇ ਰਿਹਾ ਹੈ ਸਾਨੂੰ ਝੂਠੀਆਂ, ਫਿਰ ਅਸੀਂ ਇਹ ਕਹਾਂਗੇ ਇਹ ਮੇਰਾ ਰਾਮ ਹੀ ਬੋਲ ਰਿਹਾ, ਹੋਰ ਕੋਈ ਨਹੀਂ ਬੋਲ ਰਿਹਾ ਰਾਮ ਤੋਂ ਬਿਨਾਂ। ਰਾਮ ਬਿਨਾ ਕੋ ਬੋਲਾ ਰੇ, ਰਾਮ ਤੋਂ ਬਿਨਾਂ ਹੋਰ ਕੌਣ ਬੋਲਦਾ ਹੈ, ਉਹੀ ਬੋਲਦਾ। ਪਹਿਲਾਂ ਸਾਨੂੰ ਸਾਡੇ ਹਿਰਦੇ ਦੇ ਵਿੱਚੋਂ ਉਸ ਦੇ ਮੜੰਗੇ ਪ੍ਰਗਟ ਹੋਣਗੇ, ਉਸ ਦੇ ਨਕਸ਼ ਸਾਨੂੰ ਦਿਖਾਈ ਦੇਣਗੇ, ਉਸ ਦੀ ਆਭਾ, ਉਸ ਦੀ ਹੋਂਦ ਸਾਨੂੰ ਸਾਡੇ ਹਿਰਦੇ 'ਚੋਂ ਮਹਿਸੂਸ ਹੋਏਗੀ, ਫਿਰ ਸਾਨੂੰ ਸਾਰਿਆਂ ਦੇ ਵਿੱਚ ਮਹਿਸੂਸ ਹੋਏਗੀ। ਜਿੰਨੀ ਦੇਰ ਸਾਨੂੰ ਸਾਡੇ ਹਿਰਦੇ ਦੇ ਵਿੱਚੋਂ ਪ੍ਰਗਟ ਨਹੀਂ ਹੋਏਗਾ, ਸਾਧ ਸੰਗਤ ਜੀ ਸਾਨੂੰ ਨਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਹ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰਨਾ ਕੋਹੇ, ਮਾਫ ਕਰਨਾ ਸਾਨੂੰ ਇਹਦੇ ਵਿੱਚੋਂ ਵੀ ਪਰਮੇਸ਼ਰ ਨਹੀਂ ਦਿਸ ਰਿਹਾ, ਅਸੀਂ ਇਹਦੇ ਵੀ 15 ਪੱਤੇ ਪਾੜ ਰਹੇ ਹਾਂ, ਅਸੀਂ ਇਹਦੀ ਵੀ ਬੇਅਦਬੀ ਕਰ ਰਹੇ ਹਾਂ, ਇਹਦੇ ਅੱਗੋਂ ਗੋਲਕਾਂ ਚੋਰੀ ਕਰ ਰਹੇ ਹਾਂ, ਕਿਉਂਕਿ ਸਾਨੂੰ ਹਿਰਦੇ ਦੇ ਵਿੱਚ ਮਹਿਸੂਸ ਨਹੀਂ ਹੋਇਆ। ਜਿਹੜਾ ਕਿ ਸਾਖਸ਼ਾਤ ਨਿਰੰਕਾਰ ਦਾ ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿਹਦੇ ਅੱਗੇ ਸਭ ਤੋਂ ਵੱਡਾ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰੂਪ ਦੇ ਅੱਗੇ ਝੁਕਿਆ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਔਰੰਗਜ਼ੇਬ ਅੱਗੇ ਨਹੀਂ ਝੁਕਿਆ, ਜਿਹੜਾ 22 ਧਾਰ ਦੇ ਸਾਰੇ ਰਾਜਾਂ ਅੱਗੇ ਨਹੀਂ ਝੁਕਿਆ, ਜਿਹੜਾ ਦੁੱਖਾਂ ਅੱਗੇ ਨਹੀਂ ਝੁਕਿਆ, ਜਿਹੜਾ ਕਿਤੇ ਨਹੀਂ ਝੁਕਿਆ, ਉਹ ਮੇਰਾ ਗੁਰੂ ਕਲਗੀਧਰ ਪਿਤਾ ਅੱਜ ਦੇ ਦਿਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ 5 ਪੈਸੇ ਨਾਰੀਅਲ ਰੱਖ ਕੇ ਪ੍ਰਕਰਮਾ ਕਰਕੇ ਇਸ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਿਆ, ਕਿਉਂਕਿ ਇਹ ਨਿਰੰਕਾਰ ਦਾ ਸਾਖਸ਼ਾਤ ਰੂਪ ਨੇ। ਹੁਣ ਸਾਨੂੰ ਇਹ ਸਾਖਸ਼ਾਤ ਤਾਂ ਨਹੀਂ ਦਿਸ ਰਹੇ ਕਿਉਂਕਿ ਸਾਡੇ ਹਿਰਦੇ ਦੇ ਅੰਦਰੋਂ ਅਜੇ ਇਹ ਨਿਰੰਕਾਰ ਜੀ ਪ੍ਰਗਟ ਨਹੀਂ ਹੋਏ। ਜਿੱਦੇ ਪ੍ਰਗਟ ਹੋ ਗਏ ਸਾਧ ਸੰਗਤ ਜੀਓ, ਉਹਦੇ ਤਾਂ ਨਾ, ਇੱਕ ਮੈਂ ਪੜ੍ਹ ਰਿਹਾ ਸੀ ਪਿੱਛੇ, ਕਾਫੀ ਸਾਲ ਹੋ ਗਏ, ਇਹ 5-7 ਸੰਤ ਪੰਜਾਬ ਦੇ ਮਸ਼ਹੂਰ ਵੱਡੇ, ਜਿਵੇਂ ਇਹ ਮਸਤੂਆਣੇ ਵਾਲੇ,
ਰੇਰੂ ਸਾਹਿਬ ਵਾਲੇ, ਰਾਲੇ ਵਾਲੇ, ਹੋਰ ਕੁਛ ਇਹੋ ਜਿਹੇ ਬੜੀਆਂ ਬੜੀਆਂ ਉੱਚੀਆਂ ਪਹੁੰਚੀਆਂ ਹੋਈਆਂ ਰੂਹਾਂ ਬੈਠੀਆਂ ਨੇ, ਨਾਨਕਸਰ ਵਾਲੇ ਕੋਈ ਬੈਠੇ, ਉਹ ਪੁੱਛਦੇ ਨੇ ਫਲਾਣੇ ਸਿਆਂ ਕਿੱਥੇ ਪਹੁੰਚ ਗਿਆ। ਅਸੀਂ ਤਾਂ ਇਕੱਠੇ ਹੁੰਦੇ ਹਾਂ, ਅਸੀਂ ਤਾਂ ਆਹ ਕਰੋਨਾ ਜੀ, ਆਹ ਮੋਦੀ ਹੈ ਜੀ, ਆਹ ਫਲਾਣਾ ਜੀ, ਅਸੀਂ ਧਮਕਾ ਜੀ, ਅਸੀਂ ਤਾਂ ਇਹ ਗੱਲਾਂ ਕਰਦੇ ਹਾਂ। ਹੁਣ ਸੰਤਾਂ ਨੇ ਕੀ ਗੱਲ ਕਰਨੀ ਹੁੰਦੀ ਹੈ? ਗਿਆਨੀ ਸੇ ਗਿਆਨੀ ਮਿਲਾ ਕਰੇ ਗਿਆਨ ਕੀ ਬਾਤ, ਉਹਨਾਂ ਤਾਂ ਉਹ ਗੱਲ ਕਰਨੀ ਹੁੰਦੀ ਹੈ। ਕਹਿੰਦੇ ਕਿੱਥੇ ਪਹੁੰਚ ਗਿਆ? ਕਹਿੰਦੇ ਵੀ ਮਹਾਰਾਜ ਦੀ ਬੜੀ ਕਿਰਪਾ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਸਾਖਸ਼ਾਤ ਗੁਰੂ ਨਾਨਕ ਨਜ਼ਰ ਆਉਂਦੇ ਨੇ। ਫਿਰ ਉਹ ਪੁੱਛਦਾ ਦੂਜਿਆਂ ਨੂੰ, ਕਹਿੰਦੇ ਵੀ ਭਾਈ ਸਾਹਿਬ ਤੁਸੀਂ ਕਿੱਥੇ ਪਹੁੰਚ ਗਏ? ਕਹਿੰਦੇ ਵੀ ਕੱਲੇ ਕੱਲੇ ਪੱਤਰੇ ਚੋਂ, ਮੇਰੇ ਸਤਿਗੁਰੂ ਦੇ ਕੱਲੇ ਕੱਲੇ ਅੰਗ ਦੇ ਵਿੱਚੋਂ 10 ਗੁਰੂ, 15 ਭਗਤ, 11 ਭੱਟ, ਸਮੁੱਚੇ ਬ੍ਰਹਮ ਗਿਆਨੀ, ਪੂਰਾ ਬ੍ਰਹਮੰਡ ਦੇ ਦਿਦਾਰੇ ਹੁੰਦੇ ਨੇ। ਤੀਜੇ ਨੂੰ ਪੁੱਛਦੇ ਨੇ, ਮਹਾਰਾਜ ਤੁਸੀਂ ਕਿੱਥੇ ਪਹੁੰਚ ਗਏ? ਕਹਿੰਦੇ ਜੀ ਕੱਲੀ ਕੱਲੀ ਪੰਗਤੀ ਦੇ ਵਿੱਚੋਂ ਮੇਰੇ ਪ੍ਰੀਤਮ ਦੀਆਂ ਝਲਕਾਂ ਪੈਂਦੀਆਂ ਨੇ, ਨੂਰੇ ਨੂਰ, ਕੱਲੀ ਕੱਲੀ ਪੰਗਤੀ ਦੇ ਵਿੱਚੋਂ ਉਹਦਾ ਜ਼ਹਰਾ ਜ਼ੁਹੂਰ ਨਜ਼ਰ ਆਉਂਦਾ ਹੈ। ਮਹਾਰਾਜ ਤੁਸੀਂ ਕਿੱਥੇ ਪਹੁੰਚ ਗਏ? ਕਹਿੰਦੇ ਕੱਲੇ ਕੱਲੇ ਅੱਖਰ ਦੇ ਵਿੱਚੋਂ, ਕੱਲੇ ਕੱਲੇ ਸ਼ਬਦ ਦੇ ਵਿੱਚੋਂ ਉਹੀ ਦਿਸਦਾ, ਹੁਣ ਹੋਰ ਕੋਈ ਨਹੀਂ ਦਿਸਦਾ। ਫਿਰ ਲਾਸਟ ਪੁੱਛਦੇ ਨੇ, ਕਹਿੰਦੇ ਸਾਰੇ ਕਹਿੰਦੇ ਮਹਾਰਾਜ ਤੁਸੀਂ ਦੱਸ ਦਿਓ ਤੁਸੀਂ ਕਿੱਥੇ ਪਹੁੰਚ ਗਏ? ਬਸ ਅੱਖਾਂ ਦੇ ਵਿੱਚੋਂ ਗੰਗਾ ਜਮਨਾ ਵਗ ਰਹੀ ਆ, ਬੈਰਾਗ ਦਾ ਹੜ ਠੱਲਿਆ ਨਹੀਂ ਜਾ ਰਿਹਾ। ਕਹਿੰਦੇ ਕੱਲੇ ਕੱਲੇ ਕੰਨੇ ਚੋਂ, ਕੱਲੀ ਕੱਲੀ ਲਗ ਮਾਤਰ ਚੋਂ, ਕੱਲੀ ਕੱਲੀ ਸਿਹਾਰੀ ਵਿਹਾਰੀ ਚੋਂ, ਕੱਲੇ ਕੱਲੇ ਅਕਸ਼ਰ ਦੇ ਵਿੱਚੋਂ ਬਸ ਉਸੇ ਦੇ ਝਲਕਾਰੇ ਪੈਂਦੇ ਨੇ, ਉਸੇ ਦੇ ਝਲਕਾਰੇ ਪੈਂਦੇ ਨੇ। ਸਾਧ ਸੰਗਤ ਜੀ, ਇਹ ਸਾਖਸ਼ਾਤ ਨੇ ਮੇਰੇ ਗਰੀਬ ਨਵਾਜ਼, ਜਿਉਂਦੀ ਜਾਗਦੀ ਜੋਤ ਨੇ। ਬਾਬਾ ਨਾਨਕਸਰ ਵਾਲਿਆਂ ਨੂੰ ਸੌਂਗੇ, ਰਾਤ ਨੂੰ ਆਵਾਜ਼ ਆਈ, ਪਿਆ ਤੂੰ ਆਰਾਮ ਨਾਲ। ਸੇਵਾਦਾਰਾਂ ਨੇ ਮੈਨੂੰ ਸੁਖਾਸਣ ਚੰਗੀ ਤਰ੍ਹਾਂ ਨਹੀਂ ਕੀਤਾ, ਵੱਟ ਪਏ ਨੇ ਮੇਰੇ ਰਮਾਲਿਆਂ ਦੇ ਵਿੱਚ, ਮੈਂ ਕਿਵੇਂ ਸੌਵਾਂ? ਉੱਠੇ ਨੇ ਸੇਵਾਦਾਰ ਨੂੰ ਲੈ ਕੇ, ਫਿਰ ਮਹਾਰਾਜ ਨੂੰ ਜਿਹੜਾ ਹੈ ਵੱਟ ਕੱਢ ਕੇ ਚੰਗੀ ਤਰ੍ਹਾਂ ਫਿਰ ਸੁਖਾਸਣ ਕੀਤਾ। ਇਹ ਸਾਖਸ਼ਾਤ ਹੈ। ਇਹ ਤਾਂ ਹੈਗੀ ਜੱਗ ਬੀਤੀ, ਹੱਡ ਬੀਤੀ। ਹੱਡ ਬੀਤੀ ਇਹ ਹੈ ਕਿ ਇਹ ਹੈਗਾ ਮੈਨੂੰ ਲੱਗਦਾ 27 ਜਾਂ 28/11 ਦੀ ਗੱਲ ਹੈ, 1986 ਦੀ। ਇਹ ਬੀਬੀ ਜੀ ਸਾਡੇ ਘਰ ਆ ਗਏ ਸੀ। ਇਹ ਮੈਨੂੰ ਕਹਿਣ ਲੱਗੇ ਤੂੰ ਵਿਹਲਾ ਹੈ, ਕੋਈ ਨੌਕਰੀ ਨਹੀਂ ਕਰਦਾ, ਕੋਈ ਦੁਕਾਨਦਾਰੀ ਨਹੀਂ ਕਰਦਾ, ਕੋਈ ਕੰਮ ਕੁਛ ਤਾਂ ਕਰ ਲੈ। ਮੈਂ ਭਗਵਾਨ ਨੇ ਇੰਨਾ ਮੇਰਾ ਦਿਮਾਗ ਤੇਜ਼ ਨਹੀਂ ਕਿ ਦੁਕਾਨਦਾਰੀ ਕਰ ਲਈਏ, ਖੇਤੀਬਾੜੀ ਹੈਗੀ ਆ, ਹਿੱਸੇ ਬਟਾਈ ਦੇ ਬਥੇਰਾ ਆ ਜਾਂਦਾ, ਆਪਾਂ ਨੂੰ ਕੀ ਲੋੜ ਹੈ? ਨਹੀਂ, ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ। ਇਹ ਜਨਵਰੀ 'ਚ ਆਈ ਸੀ, 8-10 ਮਹੀਨੇ ਕਹਿੰਦੀ ਰਹੀ। ਚਲੋ ਇਹ ਹੁਣ ਮੈਨੂੰ ਯਾਦ ਨਹੀਂ 27 ਜਾਂ 28/11/1986 ਦੀ ਗੱਲ ਹੈ। ਗੁਰਦੁਆਰੇ ਜਾਂਦੇ ਸੀ, ਖਾੜਕੂਬਾਦ ਦਾ ਜ਼ੋਰ ਸੀ ਪੂਰਾ। ਹੁਕਮਨਾਮਾ ਲਿਆ, ਹੁਕਮਨਾਮਾ ਲੈ ਕੇ ਪੜ੍ਹਿਆ, ਵਿਚਾਰਨ ਦੀ ਕੋਸ਼ਿਸ਼ ਕੀਤੀ ਗੁਰਦੁਆਰੇ, ਅਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ। ਸਤਿਗੁਰੂ 1 ਤੋਂ 2 ਹੋਏ ਆ, ਮੇਰਾ ਜੀਵਨ ਸਾਥੀ ਮੈਨੂੰ ਕੋਈ ਰੁਜ਼ਗਾਰ ਕਰਨ ਨੂੰ ਕਹਿ ਰਿਹਾ, ਕੋਈ ਨੌਕਰੀ ਦੇ ਦਿਓ। ਪੜ੍ਹਾਈ ਤਾਂ ਮੇਰੀ ਡਿਸਟਰਾਏ ਹੋ ਗਈ, ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਤਾਂ ਡਿਸਟਰਾਏ ਹੋ ਗਈ। ਮਹਾਰਾਜ ਹੁਣ ਮੈਂ ਤਾਂ ਸਿਰਫ ਮੈਟ੍ਰਿਕ ਹੀ ਰਹਿ ਗਿਆ, ਮੈਨੂੰ ਕੋਈ ਨੌਕਰੀ ਦੇ ਦਿਓ। ਸਾਧ ਸੰਗਤ ਜੀ, ਸਾਖਸ਼ਾਤ ਆਵਾਜ਼ ਆਈ ਆ। ਹਾਲਾਂਕਿ ਉਹ ਇਹਨਾਂ ਗੱਲਾਂ ਦਾ ਉਦੋਂ ਗਿਆਨ ਨਹੀਂ ਸੀ। ਤੈਨੂੰ ਪੁਲਿਸ 'ਚ ਭਰਤੀ ਕਰਵਾ ਦਿਆਂ। ਹਿਰਦੇ 'ਚੋਂ ਆਵਾਜ਼ ਨਿਕਲ ਗਿਆ, ਮਹਾਰਾਜ ਪੁਲਿਸ 'ਚ ਮੈਂ ਨਹੀਂ ਜਾਣਾ। ਸਾਧਾਂ ਨੂੰ ਚੋਰ ਬਣਾਉਣਾ ਪਏਗਾ, ਚੋਰਾਂ ਨੂੰ ਸਾਧ ਬਣਾਉਣਾ ਪਏਗਾ, ਅਫਸਰਾਂ ਵਾਸਤੇ ਰਿਸ਼ਵਤ ਲੈਣੀ ਪਏਗੀ, ਮੈਂ ਪੁਲਿਸ 'ਚ ਨਹੀਂ ਜਾਣਾ। ਦੂਜੀ ਆਵਾਜ਼ ਆਈ ਹੈ, ਬਿਜਲੀ ਬੋਰਡ 'ਚ ਭਰਤੀ ਕਰਾ ਦਿਆਂ। ਨਹੀਂ ਮਹਾਰਾਜ, ਉੱਥੇ ਵੀ ਕੁੰਡੀਆਂ ਲਾਉਣੀਆਂ ਪੈਣਗੀਆਂ, ਉੱਥੇ ਵੀ SDO ਦਾ, ਐਕਸੀਅਨਾਂ ਦਾ ਢਿੱਡ ਭਰਨਾ ਪਏਗਾ, ਮੈਂ ਉੱਧਰ ਵੀ ਨਹੀਂ ਜਾਣਾ। ਹੋਰ ਕਿੱਥੇ ਜਾਣਾ? ਮਹਾਰਾਜ ਦੇਖੋ, ਜੇ ਮੈਂ ਕਾਲਜ ਦਾ ਕਹਿਣਾ, ਕਾਲਜਾਂ 'ਚ ਅਸੀਂ ਆਪ ਜਿੰਦਾਬਾਦ ਮੁਰਦਾਬਾਦ ਕਰਦੇ ਰਹੇ ਹਾਂ, ਆਪ ਐਜੀਟੇਸ਼ਨਾਂ ਕਰਦੇ ਰਹੇ ਹਾਂ। ਮੈਨੂੰ ਐਂ ਕਰੋ, ਕੋਈ ਕੁੜੀਆਂ ਦੇ ਅਦਾਰੇ 'ਚ, ਕੁੜੀਆਂ ਦੇ ਸਕੂਲ ਦੇ ਵਿੱਚ ਕੋਈ ਕਲਰਕ ਲਵਾ ਦਿਓ। ਮੈਂ DC ਦਾ ਹੁਣ ਬਣਨੋਂ ਰਿਹਾ ਹੈ, ਤਾਂ ਮੈਂ 10ਵੀਂ ਪਾਸ, ਹੁਣ ਮੈਂ ਹੋਰ ਕੀ ਮੰਗਾ ਤੇਥੋਂ, ਮੈਨੂੰ ਆਹ ਕਰ ਦਿਓ। ਸਾਧ ਸੰਗਤ ਜੀ, ਹੈਰਾਨ ਹੋਵੋਗੇ। ਦੂਜੇ ਦਿਨ ਦੀ ਗੱਲ ਹੈ, ਇਹ ਅੱਜ ਸੰਗਤ ਨਾਲ ਸਾਂਝੀ ਗੱਲ ਕਰ ਰਿਹਾ, ਕਿਉਂਕਿ ਹੁਣ ਮੈਂ ਰਿਟਾਇਰ ਹੋ ਗਿਆ।
ਤਾਂ ਗੱਲ ਸਾਂਝੀ ਕਰ ਰਹੇ। ਇਹ ਉਦੋਂ ਦੂਜੇ, ਇਹ 28 ਕੁ 29 ਤਰੀਕ ਦੀ ਗੱਲ ਹੈ। ਇੰਟਰਵਿਊ ਆਈ ਹੈ 1/12/1986 ਦੀ ਇੱਥੇ ਪਟਿਆਲੇ। ਇੱਕ ਦਿਨ ਪਹਿਲਾਂ ਆ ਗਏ, ਚਾਚਾ ਜੀ ਕੇ ਘਰ ਰਹੇ, ਇੰਟਰਵਿਊ ਦਿੱਤੀ ਹੈ ਕੁੜੀਆਂ ਦੇ ਕਾਲਜ ਦੇ ਵਿੱਚ। ਕਿਆ ਕਮਾਲ ਦੀ ਗੱਲ ਆ, ਉੱਥੇ ਕਹਿੰਦੇ ਯੂ ਆਰ ਸਿਲੈਕਟਡ, ਆਪਣੀ ਡਿਊਟੀ ਜੁਆਇਨ ਕਰੋ। ਇਹ ਆ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ, ਇਹ ਆ ਗੁਰੂ ਗ੍ਰੰਥ ਸਾਹਿਬ ਦੀ ਮਿਹਰਬਾਨੀ, ਇਹ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਰੁਣਾ। ਹੁਣ ਉਹਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਮੇਰੇ ਤਾਂ ਅਜੇ ਦਾੜੀ ਵੀ ਥੋੜ੍ਹੀ ਥੋੜ੍ਹੀ ਆਈ ਹੈ, ਇਹ ਤਾਂ ਕੁੜੀਆਂ ਵੱਡੀਆਂ ਨੇ, ਅਦਾਰਾ ਮੇਰੇ ਹਾਣ ਦੀਆਂ ਕੁੜੀਆਂ ਸੀ, ਲਗਭਗ ਕੋਈ 1 ਸਾਲ 2 ਸਾਲ ਛੋਟੀਆਂ ਹੋਣਗੀਆਂ। ਮਹਾਰਾਜ ਮੇਰੇ 'ਤੇ ਕਿਰਪਾ ਕਰੋ ਬਈ ਇਹ ਹੁਣ ਨੌਕਰੀ ਤੁਸੀਂ ਕਰਵਾਉਣੀ ਹੈ, ਕਿਉਂਕਿ ਜਿਸ ਕਾ ਕਾਰਜ ਤਿਨ ਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਮਹਾਰਾਜ ਮੈਂ ਮੂਰਖ ਬੰਦਾ, ਇਹ ਕੁੜੀਆਂ ਦੇ ਦਾਇਰੇ 'ਚ ਨੌਕਰੀ ਕਿਵੇਂ ਕਰਾਂਗਾ? ਮੰਗ ਲਈ ਤਾਂ ਇੱਥੋਂ ਤੁਸੀਂ ਦੇਤੀ, ਹੁਣ ਤੁਸੀਂ ਕਿਰਪਾ ਕਰਨੀਆਂ, ਲਾਜ ਰੱਖਣੀ ਹੈ। ਮੇਰੇ ਸ਼ਹਿਨਸ਼ਾਹੇ ਸ਼ਾਹ ਨੇ ਸਾਧ ਸੰਗਤ ਜੀ ਲਾਜ ਰੱਖੀ ਹੈ, ਬਾਂਹ ਫੜ ਕੇ ਰਹੇ ਨੇ। 8 ਪਹਿਰ ਜੋਗਾ ਸਿੰਘ ਦੇ ਸਾਹਮਣੇ ਇੱਕ ਵਾਰੀ ਸੋਟਾ ਲੈ ਕੇ ਖੜੇ ਹੋਣਗੇ, ਇਸ ਮੂਰਖ ਦੇ ਨਾਲ 8 ਪਹਿਰ ਸੋਟਾ ਫੜ ਕੇ ਰਹੇ ਨੇ। ਬੜੀਆਂ ਭੈੜੀਆਂ ਰੂਹਾਂ ਵੀ ਆਈਆਂ। ਬਾਬਾ ਕਬੀਰ ਜੀ ਦਾ ਸ਼ਲੋਕ ਆ ਜਾਂਦਾ, ਕਬੀਰ ਆਈ ਮੁਝਾ ਪੇ ਪੈ ਅਨੇਕ ਕਰੇ ਕਰ ਭੇਸ, ਹਮ ਰਾਖੇ ਗੁਰ ਆਪਣੇ ਉਨ ਕੀਨੋ ਆਦੇਸ। ਉਹਨੇ ਬੜੀ ਰੱਖਿਆ ਕੀਤੀ ਹੈ। ਤੇ ਐਨ ਬਿਲਕੁਲ ਅੱਜ ਦਾਅਵੇ ਨਾਲ ਇਹ ਕਹਿ ਸਕਦੇ ਹਾਂ ਕਿ ਮੇਰੇ ਗਰੀਬ ਨਵਾਜ਼ ਦੀ ਕਿਰਪਾ ਸਦਕਾ ਬਹੁਤ ਵਧੀਆ, ਬਹੁਤ ਹੀ ਲੁਤਫ ਵਾਲੀ ਨੌਕਰੀ ਕਰਕੇ ਸੇਵਾ ਮੁਕਤ ਹੋ ਗਏ। ਇਹ ਹੈ ਜਗ ਹੱਡ ਬੀਤੀ। ਇਹ ਗੁਰੂ ਗ੍ਰੰਥ ਸਾਹਿਬ ਨੂੰ ਐਵੇਂ ਨਹੀਂ ਸਮਝ ਲੈਣਾ ਕਿ ਜੀ ਇਹ ਉਪਦੇਸ਼ਾਤਮਕ ਕਿਤਾਬ ਹੈ ਜੀ, ਇਹ ਸਾਨੂੰ ਸਿੱਖਿਆ ਦੇਣ ਵਾਲੀ ਹੋਲੀ ਬੁੱਕ ਹੈ ਜੀ। ਨਹੀਂ, ਇਹ ਜਿਉਂਦੀ ਜਾਗਦੀ ਜੋਤ ਹੈ, ਇਹ ਨਿਰੰਕਾਰ ਦੀ ਜੋਤ ਹੈ। ਇਹਦੇ ਅੱਗੋਂ ਜੋ ਮੰਗੀਏ ਉਹ ਮਿਲਦਾ। ਬਸ ਕਿਤੇ ਡਾਕਟਰ ਮੁਹੰਮਦ ਇਕਬਾਲ ਕਹਿੰਦੇ ਨੇ, ਕਹਿੰਦੇ ਜਦੋਂ ਕਹਿੰਦੇ ਹਿਰਦੇ ਚੋਂ ਦੁਆ ਨਿਕਲਦੀ ਹੈ ਨਾ, ਕਹਿੰਦੇ मान लेता है खुदा जो दुआ दिल से होती है, ये मुश्किल तो ये है कि ये मुश्किल से होती है। ये अरदास इन्नी एकाग्र होके अखां हंझुआं दी झड़ी ला के किते अरदास हुंदी है। साध संगत जी मेरा गरीब नवाज इन्ना करुणा दा सागर है, किसी दी अख च हंझू नहीं देख सकता। ਜਦੋਂ ਕਿਤੇ ਅੱਖ 'ਚ ਹੰਝੂ ਆਉਂਦੇ ਨੇ ਕਿਸੇ ਸਿੱਖ ਦੇ, ਤਾਂ ਮੇਰਾ ਸਤਿਗੁਰੂ ਬੜਾ ਉਚਾਟ ਹੋ ਜਾਂਦਾ। ਉਹ ਦੇਖਦਾ ਮੇਰੇ ਸਿੱਖ ਦੇ ਅੱਖ 'ਚ ਹੰਝੂ ਕਿਉਂ ਆਏ ਨੇ। ਉਹਨੂੰ ਪੂੰਝਣ ਵਾਸਤੇ ਸਾਧ ਸੰਗਤ ਜੋ ਆਪਣੇ ਨਿੱਜੀ ਵਸਤਰ ਲੈ ਕੇ, ਆਪਣੇ ਨਿੱਜੀ ਰੁਮਾਲ ਲੈ ਕੇ ਦੌੜਿਆ ਆਉਂਦਾ, ਮੇਰੇ ਸਿੱਖ ਦੇ ਅੱਖ 'ਚ ਹੰਝੂ ਕਿਉਂ ਆਇਆ। ਇੰਨਾ ਕਰਨ ਦਾ ਸਾਗਰ ਮੇਰਾ ਗਰੀਬ ਨਵਾਜ। ਮੇਰੇ ਸਤਿਗੁਰੂ ਇਹੀ ਕਹਿ ਰਹੇ ਨੇ ਬਾਬਾ ਫਰੀਦ ਦੀ ਰਸਨਾ ਤੇ ਬੈਠ ਕੇ, ਉਹ ਤਾਂ ਹਿਰਦੇ 'ਚ ਵਸਦਾ, ਹਿਰਦੇ 'ਚੋਂ ਪ੍ਰਗਟ ਕਰ। ਤੂੰ ਜੰਗਲਾਂ 'ਚ ਕੀ ਢੂੰਡਦਾ ਫਿਰਦਾ, ਕੀ ਲੱਭਦਾ ਫਿਰਦਾ ਜੰਗਲਾਂ ਦੇ ਵਿੱਚ। ਅੱਗੇ ਮੇਰੇ ਸਤਿਗੁਰੂ ਕਹਿੰਦੇ, ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓ ਅੱਜ ਫਰੀਦਾ ਕੂਜੜਾ ਸਹਿ ਕੋਹਾਂ ਥੀਓ। ਇਹ ਫਰੀਦਾ ਜੰਗੀ ਹੈ, ਲੱਤਾਂ ਛੋਟੀਆਂ। ਜਵਾਨੀ ਵੇਲੇ ਇਹ ਲੱਤਾਂ 'ਚ ਇੰਨਾ ਬਲ ਹੁੰਦਾ, 10-10 15-15 ਫੁੱਟ ਦੀਆਂ ਕੰਧਾਂ ਲੰਘ ਜਾਂਦਾ, ਬੜੇ ਬੜੇ ਪਰਬਤਾਂ ਨੂੰ ਲੰਘ ਜਾਂਦਾ। ਆਹ ਫੌਜੀ ਵੀਰ ਨੇ ਕਿੰਨੇ ਕਿੰਨੇ ਪਹਾੜਾਂ ਦੇ ਉੱਤੋਂ ਲੰਘਦੇ ਨੇ, ਜਾਂ ਇਹ ਕੋਈ ਐਸੀਆਂ ਸਾਡੀਆਂ ਕਮਾਂਡੋ ਫੋਰਸ ਨੇ NSG ਵਗੈਰੀਆਂ, ਜਿਹੜੀਆਂ ਸਾਧ ਸੰਗਤ ਜੀ ਇੰਨੀ ਤੱਕ ਉਹਨਾਂ ਦੀ ਕਰੜੀ ਉਹ ਹੁੰਦੀ ਹੈ, ਮਤਲਬ ਟ੍ਰੇਨਿੰਗ ਹੁੰਦੀ ਹੈ, ਅਤੇ ਮਤਲਬ ਬਹੁਤ ਔਖੀ। ਇਹਨਾਂ ਲੱਤਾਂ, ਇਹਨਾਂ ਬਾਹੂਬਲ ਦੇ ਨਾਲ ਉਹ ਟ੍ਰੇਨਿੰਗ ਨੂੰ ਕ੍ਰਾਸ ਕਰ ਲੈਂਦੇ ਨੇ ਅਤੇ ਨੌਕਰੀ ਕਰਦੇ ਨੇ। ਉਦੋਂ ਬਲ ਹੁੰਦਾ ਜਵਾਨੀ ਵੇਲੇ। ਹੇ ਫਰੀਦਾ, ਇੰਨਾ ਛੋਟੀਆਂ ਛੋਟੀਆਂ ਲੱਤਾਂ ਨਾਲ ਥਲ, ਧਰਤੀ, ਡੂੰਗਰ, ਪਹਾੜੀ ਰਸਤਾ ਭਾਵਿਆ, ਭਾਵ ਸਾਰੀਆਂ ਥਾਵਾਂ ਦੇ ਉੱਤੇ ਜਾਣ ਦੇ ਸਮਰੱਥ ਸੀ। ਹੁਣ ਬੁਢਾਪਾ ਆ ਗਿਆ, ਅੱਜ ਫਰੀਦਾ ਕੂਜੜਾ। ਹੁਣ ਨਵੈ ਕਾ ਸੇਜ ਆਸਣੀ, ਮੂਲ ਨਾ ਜਾਣਾ ਅਪ ਵੱਲ। ਹੁਣ ਸੇਜ ਆਸਣੀ ਹੋ ਗਿਆ, ਹੁਣ ਬਲ ਆਪਣਾ ਕੋਈ ਰਿਹਾ ਨਹੀਂ ਹੈਗਾ। ਹੁਣ ਸਿਰਹਾਣੇ ਪਿਆ ਪਾਣੀ ਦਾ ਕੁੱਜਾ, ਸਿਰਹਾਣੇ ਪਿਆ ਪਾਣੀ ਦਾ ਲੋਟਾ, ਐਂ ਲੱਗਦਾ ਜਿਵੇਂ 100 ਕੋਹਾਂ 'ਤੇ ਪਿਆ ਹੋਵੇ। ਅੱਜ ਫਰੀਦਾ ਕੂਜੜਾ, ਸੈਵਣ ਸੈਂਕੜੇ 100 ਕੋਹਾਂ, ਕੋਹਾਂ ਥੀਓਂ ਵੀ ਲੱਗਦਾ ਕਿ 100 ਕੋਹਾਂ ਦੇ ਉੱਤੇ ਪਿਆ ਕੂਜੜਾ। ਭਾਵ ਪਾਣੀ ਪੀਣ ਦੇ, ਸਿਰਹਾਣੇ ਪਏ ਕੁੱਜੇ 'ਚੋਂ ਪਾਣੀ ਪੀਣ ਦੀ ਸਮਰੱਥਾ ਨਹੀਂ। ਬਾਬਾ ਜੀ ਆਪਾਂ ਨੂੰ ਬੜਾ ਨਾ ਕਥਾ ਦੇ ਵਿੱਚ
ਦੱਸਦੇ ਨੇ ਕਿ ਜਦੋਂ ਮਨੁੱਖ ਕੋਲੇ ਜਵਾਨੀ ਹੁੰਦੀ ਹੈ, ਮਨੁੱਖ ਕੋਲੇ ਕੋਈ ਉੱਚਾ ਮਰਤਬਾ ਅਹੁਦਾ ਹੁੰਦਾ ਹੈ, ਮਨੁੱਖ ਕੋਲੇ ਕੋਈ ਰੁਪਈਆ ਪੈਸਾ ਹੁੰਦਾ ਹੈ, ਮਨੁੱਖ ਕੋਲੇ ਕੋਈ ਸਿਆਸੀ ਰਾਜਨੀਤਿਕ ਤਾਕਤ ਹੁੰਦੀ ਹੈ, ਕਈ ਵਾਰੀ ਇਹ ਮਨੁੱਖ ਦੀ ਦੁਰਵਰਤੋਂ ਕਰ ਬਹਿੰਦਾ। ਅਕਸਰ ਜ਼ਿਆਦਾਤਰ ਉਹਦੀ ਦੁਰਵਰਤੋਂ ਹੀ ਕਰਦੇ ਨੇ। ਗੁਰੂ ਕਲਗੀਧਰ ਪਿਤਾ ਜੀ ਇਹ ਜਿਹੜਾ ਤ੍ਰਿਆ ਚਰਿੱਤਰ ਹੈ ਉਹਦੇ ਵਿੱਚ ਫਰਮਾਉਂਦੇ ਨੇ, ਕਹਿੰਦੇ ਬੰਦੇ ਕੋਲੇ ਜਵਾਨੀ ਹੋਵੇ, ਬੰਦੇ ਕੋਲੇ ਰੁਪਈਆ ਪੈਸਾ ਹੋਵੇ, ਬੰਦੇ ਕੋਲੇ ਬਾਹੂਬਲ ਹੋਵੇ, ਬੰਦੇ ਕੋਲੇ ਸੋਹਣਾ ਰੂਪ ਰੰਗ ਹੋਵੇ, ਬੰਦੇ ਕੋਲੇ ਰਾਜ ਭਾਗ ਹੋਵੇ, ਫਿਰ ਕਹਿੰਦੇ ਪਾਪ ਕਰਿੰਦਾ ਕਿਉਂ ਰਹਿ, ਬਚਾ ਬਚਾਵੈ ਰਾਮ। ਕਹਿੰਦੇ ਫਿਰ ਪਾਪ ਤੋਂ ਕਿਵੇਂ ਬਚ ਸਕਦਾ? ਹਾਂ, ਜੇ ਪਰਮੇਸ਼ਰ ਦੀ ਉਹ ਕਿਰਪਾ ਹੋਵੇ, ਅਕਾਲ ਪੁਰਖ ਦੀ ਮਿਹਰਬਾਨੀ ਹੋਵੇ ਤਾਂ ਉਹ ਪਾਪ ਤੋਂ ਬਚ ਸਕਦਾ, ਨਹੀਂ ਪਾਪ ਤੋਂ ਨਹੀਂ ਬਚ ਸਕਦਾ। ਕਿਉਂਕਿ ਉਹਨੂੰ ਡਰ ਹੀ ਨਹੀਂ ਹੁੰਦਾ ਕਿ ਜੀ ਮੈਨੂੰ ਸਰਕਾਰ ਫੜੇਗੀ, ਮੈਨੂੰ ਤਸੀਹੇ ਮਿਲਣਗੇ, ਕਿਉਂਕਿ ਉਹਦਾ ਹੱਥ 'ਚ ਹੀ ਹੁੰਦੀ ਆ ਸਾਰਾ ਕੁਛ। ਹੁਣ ਬਾਬਾ ਜੀ ਇਹੀ ਕਹਿ ਰਹੇ ਨੇ, ਕਹਿੰਦੇ ਵੀ ਇਹ ਲੱਤਾਂ ਜਿਨ੍ਹਾਂ ਦੇ ਵਿੱਚ ਇੰਨੀ ਤਾਕਤ ਸੀ, ਪਹਾੜਾਂ 'ਤੇ ਚੜ੍ਹ ਜਾਂਦੀਆਂ ਸੀ, ਕੰਧਾਂ ਟੱਪਦੀਆਂ ਸੀ, ਬੜੇ ਬੜੇ ਕਿਲਿਆਂ ਦੇ ਉੱਤੇ ਚੜ੍ਹ ਜਾਂਦੀਆਂ ਸੀ, ਸਮੁੰਦਰਾਂ ਪਾਣੀਆਂ ਨੂੰ ਵੀ ਤੈਰ ਜਾਂਦੀਆਂ ਸੀ ਇਹ ਲੱਤਾਂ। ਅੱਜ ਅਵਸਥਾ ਇਹ ਹੋ ਗਈ ਕਿ ਹੁਣ ਸਰਾਣੇ ਪਿਆ ਪਾਣੀ ਦਾ ਲੋਟਾ, ਪਾਣੀ ਦਾ ਕੁੱਜਾ ਵੀ ਐਂ ਲੱਗਦਾ ਵੀ 100 ਕੋਹਾਂ 'ਤੇ ਪਿਆ, ਭਾਵ ਪਾਣੀ ਪੀਣ ਦੀ ਵੀ ਸਮਰੱਥਾ ਨਹੀਂ। ਸਾਧ ਸੰਗਤ ਜੀ, ਇਸ ਦਾ ਅੰਤਰੀਵ ਭਾਵ ਇਹ ਹੈ ਇਸ ਸ਼ਬਦ ਦਾ ਵੀ ਇਹ ਸਰੀਰਕ ਬਲ ਦੇ ਉੱਤੇ ਕੋਈ ਮਾਨ ਨਹੀਂ ਕਰਨਾ, ਕੋਈ ਇਹਦਾ ਹੰਕਾਰ ਨਹੀਂ ਕਰਨਾ। ਆਪਾਂ ਹੁਣ ਬੈਠੇ ਝੋਟੇ ਵਰਗੇ, ਪੌੜੀਆਂ ਉਤਰਨ ਤੋਂ ਪਹਿਲਾਂ ਕੋਈ ਅਧਰੰਗ ਦਾ ਕੋਈ ਜਾਂ ਕੋਈ ਹੋਰ ਐਸੀ ਬਿਮਾਰੀ ਦਾ ਅਟੈਕ ਹੋ ਜੇ, ਇਹ ਸਰੀਰ ਨਾਲ ਦੀ ਨਾਲ ਬਲ 1 ਸੈਕਿੰਡ ਦੇ ਵਿੱਚ ਖਿੱਚ ਲੈਂਦਾ ਹੈ। ਆਹ ਬਲਬ, ਇਹ ਟਿਊਬਾਂ ਜੇ ਮਾਨ ਕਰਨ ਕਿ ਅਸੀਂ ਜੀ ਰੌਸ਼ਨੀ ਕਰ ਰਹੇ ਹਾਂ, ਨਹੀਂ, ਇਹਨਾਂ ਦੇ ਪਿੱਛੋਂ ਸ਼ਕਤੀ ਕੋਈ ਹੋਰ ਆ ਰਹੀ ਹੈ ਤਾਂ ਇਹ ਰੌਸ਼ਨੀ ਕਰ ਰਹੇ ਨੇ। ਜੇ ਪਿੱਛੋਂ ਸ਼ਕਤੀ ਬੰਦ ਹੋ ਜੇ, ਸਾਧ ਸੰਗਤ ਜੀ, ਇਹ ਬਲਬ ਤਾਂ ਚਾਹੇ ਆਪਾਂ ਉਰੇ 1000 ਰੁਪਏ ਦਾ ਕੋਈ ਲਿਆ ਕੇ ਲਾ ਲਈਏ, ਕੋਈ ਵਧੀਆ ਤੋਂ ਵਧੀਆ ਕੰਪਨੀ ਦਾ ਲਿਆ ਕੇ ਲਾ ਲਈਏ, ਉਹ ਬਲਬ ਦੀ ਕੋਈ ਪਾਇਆ ਨਹੀਂ ਹੈ, ਕੋਈ ਉਹਦੀ ਔਕਾਤ ਨਹੀਂ ਹੈ ਕਿ ਸਾਨੂੰ ਰੌਸ਼ਨੀ ਦੇ ਸਕੇ। ਉਹ ਰੌਸ਼ਨੀ ਦੇਣ ਵਾਲੀ ਚੀਜ਼ ਤਾਂ ਪਿੱਛੋਂ ਆ ਰਹੀ ਹੈ। ਇਹਦੇ ਵਿੱਚ ਇਹ ਸਰੀਰ ਦੇ ਵਿੱਚ ਜਿਹੜੀ ਤਾਕਤ ਹੈ, ਇਹ ਉਸੇ ਪ੍ਰਭੂ ਦੀ ਸਤਾ ਵਰਤ ਰਹੀ ਹੈ, ਇਹ ਉਸ ਦੀ ਸਤਾ ਵਰਤ ਰਹੀ ਹੈ, ਇਹ ਉਸ ਦੀ ਜੋਤ ਵਰਤ ਰਹੀ ਹੈ। ਉਹੀ ਸਰੀਰ ਹੁੰਦਾ ਜਦੋਂ ਜੋਤ ਲੰਘ ਜਾਂਦੀ ਹੈ ਤੇ ਬਸ ਉਹ ਮੁਰਦਾ ਹੋ ਜਾਂਦਾ ਬੰਦਾ। ਫਰੀਦਾ ਰਾਤਾਂ ਵੱਡੀਆਂ, ਧੁਖ ਧੁਖ ਉੱਠਣ ਪਾਸ, ਧਿੱਗ ਤਿਨਾਂ ਦਾ ਜੀਵਿਆ, ਜਿਨ੍ਹਾਂ ਵਡਾਣੀ ਆਸ। ਫਰੀਦਾ, ਹੁਣ ਸਿਆਲ ਦੀਆਂ ਰਾਤਾਂ ਸ਼ੁਰੂ ਹੋ ਗਈਆਂ, ਕਹਿੰਦੇ ਰਾਤਾਂ ਵੱਡੀਆਂ ਨੇ। ਬੰਦਾ ਨਾ ਕਈ ਵਾਰੀ ਨੀਂਦ ਨਹੀਂ ਆਉਂਦੀ, ਪਿਆ ਰਹਿੰਦਾ, ਪਾਸੇ ਮਾਰੀ ਜਾਂਦਾ। ਕਈ ਵਾਰੀ ਘਰੇ ਵੀ ਗੱਲ ਹੋਈ ਆ ਵੀ ਕੀ ਗੱਲ, ਮੈਂ ਭਾਗਵਾਨ ਨੇ ਅੱਜ ਥੱਕੀ ਜੀ ਉੱਠੀਆਂ, ਕਹਿੰਦੀ ਰਾਤ ਨੀਂਦ ਨਹੀਂ ਆਈ ਜੀ, ਪਾਸੇ ਮਾਰ ਥੱਕ ਗਈ, ਆਹ ਬੱਖੀ ਦੁਖਣ ਲੱਗ ਗਈ ਪਾਸੇ ਮਾਰ। ਮੈਂ ਉੱਠ ਖੜ੍ਹਦੀ, ਨਹਾ ਲੈਂਦੀ, ਸਮਾਧੀ ਚੜ੍ਹਾ ਕੇ ਬਹਿੰਦੀ, ਕਹਿੰਦੀ ਉਹ ਹਿੰਮਤ ਨਹੀਂ ਪਈ, ਹੈ ਨਾ। ਲਗਭਗ ਇਹ ਸਾਰੇ ਮਨੁੱਖਾਂ ਦਾ ਇਹੀ ਹਾਲ ਹੈ। ਪਏ ਪਾਸੇ ਤਾਂ ਮਾਰੀ ਜਾਂਦੇ, ਕਦੇ ਰਜਾਈ ਲਾਹ ਲਈ, ਕਦੇ ਉੱਤੇ ਲੈ ਲਈ। ਕਿਉਂ? ਜਦੋਂ ਬੰਦਾ ਬੇਚੈਨ ਹੁੰਦਾ ਨਾ ਤਾਂ ਰਜਾਈ ਉੱਤੇ ਲਾਇਆ ਹੁੰਦੀ ਹੈ, ਗਰਮੀ ਆਉਂਦੀ ਹੈ, ਜੇ ਲਾਹ ਦਿਓ ਤਾਂ ਠੰਡ ਲੱਗਦੀ ਹੈ। ਉਹ ਮਤਲਬ ਬੜਾ ਅਣਸੁਖਾਵਾਂ ਜਿਹਾ ਮਾਹੌਲ ਬਣ ਜਾਂਦਾ। ਇੱਕ ਥਾਂ 'ਤੇ ਪੰਗਤੀ ਵੀ ਆਉਂਦੀ ਹੈ, ਮੈਨੂੰ ਵਿਸਰ ਗਈ, ਉਹ ਕਹਿੰਦੇ ਉਹਨਾਂ ਨੂੰ, ਹਾਂ, ਰਾਤ ਨਾ ਵਿਹਾਵੀ ਸਾਕਤਾਂ ਜਿਨ੍ਹਾਂ ਵਿਸਰਾ ਨਾਮ, ਰਾਤੀ ਦਿਨ ਸੁਹੇਦੀਆਂ ਨਾਨਕ ਹਰ ਗੁਣ ਗਾਓ। ਸਾਕਤਾਂ ਦੀ ਜਿਹੜੀ ਰਾਤ ਹੈ ਉਹ ਨਹੀਂ ਲੰਘਦੀ ਹੁੰਦੀ, ਉਹ ਲੰਘਦੀ ਹੋਣੀ। ਭੋਗਾਂ ਵਿਚਾਰਾਂ ਦਾ ਖਿਆਲ ਮਨ 'ਚ ਆਈ ਜਾਂਦਾ ਤਾਂ ਨਹੀਂ ਨੀਂਦ ਆਉਂਦੀ, ਚਿੰਤਾ ਫਿਕਰ ਆ ਗਿਆ ਤਾਂ ਨਹੀਂ ਨੀਂਦ ਆਉਂਦੀ, ਕ੍ਰੋਧ ਆ ਗਿਆ ਕਿਸੇ ਨਾਲ ਤਾਂ ਨਹੀਂ ਨੀਂਦ ਆਉਂਦੀ। ਸਾਕਤਾਂ ਦੀ ਬਕਾਰੀ ਬੰਦਿਆਂ ਦੀ ਰਾਤ ਬੜੀ ਮੁਸ਼ਕਲ ਲੰਘਦੀ ਹੈ, ਰਾਤ ਨੂੰ ਨੀਂਦ ਨਹੀਂ ਪੈਂਦੀ। ਪਰ ਗੁਰਮੁਖਾਂ ਦੀ ਨਹੀਂ ਐਸੀ ਹੁੰਦੀ ਸਾਧ ਸੰਗਤ ਜੀ। ਗੁਰਮੁਖਾਂ ਦਾ ਤਾਂ ਉਹ ਜਦੋਂ ਪੈਂਦੇ ਨੇ, ਸੋਲੇ ਸਾਹਿਬ ਦਾ ਪਾਠ ਕਰਿਆ, ਬਸ ਸਵਾਸਾਂ ਨਾਲ ਜਾਂ ਧੜਕਣ ਨਾਲ ਆਪਣਾ ਸਿਮਰਨ ਸ਼ੁਰੂ ਕਰਤਾ, ਉਹਦੀ ਪਤਾ ਲੱਗਦਾ ਵੀ ਅਲਾਰਮ ਵੱਜ ਵੀ ਗਿਆ, ਯਾਰ ਇੰਨੀ ਛੇਤੀ ਰਾਤ ਟੱਪ ਗਈ, ਕਮਾਲ ਹੋ ਗਈ। ਫਿਰ ਉੱਠਦਾ ਬੰਦਾ, ਉੱਠਦਾ। ਹੁਣ ਜਿਹੜੇ ਗੁਰਮੁਖ ਬੰਦੇ ਨੇ ਉਹ ਸਾਡੇ ਵਾਂਗੂ ਇਹ ਤਾਂ ਨਹੀਂ ਹੈਗਾ ਵੀ ਆਵਾਸੀਆਂ ਲਾਈਆਂ, ਮੂੰਹ ਟੱਡਿਆ ਤੇ ਮਤਲਬ ਜੀ ਹਾਂ ਉੱਠ ਕੇ ਆਮ ਨਾਲ ਘਰਦਿਆਂ ਨੂੰ ਚਾਰ ਨੂੰ ਹੋਰ ਉਠਾਤਾ, ਚਾਹ ਬਣਾ ਲਓ, ਫਲਾਣਾ ਕਰ ਲਓ। ਗੁਰਮੁਖਾਂ ਦਾ ਇਹ ਕੰਮ ਨਹੀਂ ਹੁੰਦਾ। ਗੁਰਮੁਖਾਂ ਨੇ ਉੱਠਣ ਸਾਰ ਸ਼ੁਕਰਾਨਾ ਕਰਨਾ ਹੈ, ਗਰੀਬ ਨਵਾਜ਼ ਤੇਰਾ ਕਿੰਨਾ ਸ਼ੁਕਰਾਨਾ ਹੈ ਮਹਾਰਾਜ। ਰਾਤ ਨੂੰ ਠੱਕਾ ਚੱਲਦਾ ਰਿਹਾ, ਕਣੀਆਂ ਪੈਂਦੀਆਂ ਰਹੀਆਂ ਨੇ ਸਤਿਗੁਰੂ। ਉਹ ਵੀ ਬੰਦੇ ਨੇ ਜਿਹੜੇ ਸੜਕਾਂ ਦੇ ਕਿਨਾਰੇ ਪਏ ਨੇ,
ਉਹ ਵੀ ਬੰਦੇ ਨੇ ਜਿਹੜੇ ਪੁਲਾਂ ਹੇਠਾਂ ਰੇਲਵੇ ਸਟੇਸ਼ਨਾਂ ਬੱਸ ਅੱਡਿਆਂ 'ਤੇ ਪਏ ਨੇ। ਮਹਾਰਾਜ ਤੂੰ ਮੈਨੂੰ ਇਹ ਬੰਦ ਕਮਰਾ ਦਿੱਤਾ ਹੈ, ਵਧੀਆ ਮਹਿਲ ਦਿੱਤੇ ਨੇ, ਸੋਹਣਾ ਜਿਹੜਾ ਹੈ ਮੈਨੂੰ ਬੈੱਡਰੂਮ ਮੋਟੇ ਮੋਟੇ ਗੱਦਿਆਂ ਵਾਲਾ ਦਿੱਤਾ ਹੈ, ਪਰਿਵਾਰ 'ਚ ਪਿਆ ਮੈਂ। ਅੱਛਾ ਫਿਰ ਮੌਸਮ ਦੇ ਅਨੁਕੂਲ ਮੈਨੂੰ ਰਜਾਈਆਂ ਕੰਬਲ ਦਿੱਤੇ ਨੇ। ਸਤਿਗੁਰੂ ਤੇਰਾ ਕਿੰਨਾ ਸ਼ੁਕਰ ਹੈ ਮਹਾਰਾਜ, ਤੇਰੀ ਕਿੰਨੀ ਕਿਰਪਾ। ਕੋਈ ਮਾੜਾ ਫੋਨ ਨਹੀਂ ਆਇਆ, ਕੋਈ ਮਾੜਾ ਬੰਦਾ ਚੋਰ ਜ਼ਾਰ ਆਦਿਕ ਘਰੇ ਪ੍ਰਵੇਸ਼ ਨਹੀਂ ਹੋਇਆ। ਤੇਰੀ ਕਿੰਨੀ ਕਿਰਪਾ ਮਹਾਰਾਜ, ਮੈਂ ਤੰਦਰੁਸਤ ਉੱਠਿਆ। ਤੇਰਾ ਕਿੰਨਾ ਸ਼ੁਕਰ ਹੈ ਨਾ ਗੁਰੂ ਨਾਨਕ, ਤੂੰ ਆਪਣੀ ਗੋਦ ਸਮਾਇਆ ਮੈਨੂੰ ਸਾਰੀ ਰਾਤ। ਮੇਰੇ ਪ੍ਰੀਤਮਾ ਤੇਰੀ ਕਿੰਨੀ ਕਿਰਪਾ। ਉਹ ਸ਼ੁਕਰਾਨਾ ਕਰਦਿਆਂ ਕਰਦਿਆਂ ਉੱਠਦਾ ਹੈ, ਸ਼ੁਕਰਾਨਾ ਕਰਦਿਆਂ ਕਰਦਿਆਂ ਆਪਦਾ ਕੋਈ ਚਾਹ ਪਾਣੀ ਪੀਣਾ ਪੀਂਦਾ ਹੈ, ਸ਼ੁਕਰਾਨਾ ਕਰਦਿਆਂ ਕਰਦਿਆਂ ਫਲਸ਼ 'ਚ ਬਹਿੰਦਾ। ਮੇਰੇ ਸਤਿਗੁਰੂ ਤੇਰੀ ਕਿੰਨੀ ਕਿਰਪਾ, ਮੇਰਾ ਪੇਟ ਸਾਫ਼ ਹੋਇਆ। ਮੇਰੇ ਪ੍ਰੀਤਮ ਕਿਰਪਾ ਕਰ, ਮੇਰਾ ਮਨ ਵੀ ਸਾਫ਼ ਕਰ ਦੇ, ਮੇਰਾ ਮਨ ਵੀ ਸਾਫ਼ ਕਰ ਦੇ। ਮੇਰੇ ਮਨ 'ਚੋਂ ਮਲ ਬਖਸ਼ੇਪ ਅਵਰਨ ਦਵੈਸ਼ ਦੂਜਾ ਭਾਓ ਹਉਮੈ ਆਦਿਕ ਦੀਆਂ ਮੈਲਾਂ ਦੂਰ ਕਰ ਦੇ ਮੇਰੇ ਦਾਤਿਆ। ਬਰਸ਼ ਕਰਦਾ ਫਿਰ ਸ਼ੁਕਰਾਨਾ ਕਰਦਾ, ਸਤਿਗੁਰੂ ਤੂੰ ਮੈਨੂੰ ਵਧੀਆ ਪੇਸਟ ਬਰਸ਼ ਬਖਸ਼ਿਆ। ਮੇਰੇ ਮੁੱਖ ਨੂੰ ਮਾਂਜਣ ਲੱਗਿਆ। ਮੇਰੇ ਸਤਿਗੁਰੂ ਜਿੱਥੇ ਸਥੂਲ ਮੈਲ ਕੱਢਣੀ ਉੱਥੋਂ ਸੂਖਮ ਮੈਲ ਵੀ ਕੱਢ ਦੇ। ਮੇਰੇ ਮੂੰਹ 'ਚੋਂ ਕੂੜ ਕੁਸੱਤ ਕੌੜਾਪਣ ਰੁੱਖਾਪਣ ਹਉਮੈ ਭਰੇ ਬੋਲ ਨਿੰਦਿਆ ਚੁਗਲੀ ਆਪਣੀ ਵਡਿਆਈ ਇਹ ਸਭ ਕੱਢ ਦੇ ਮਹਾਰਾਜ। ਬਸ ਮੈਨੂੰ ਕੀ ਬਖਸ਼ੇ, ਗੰਢ ਪ੍ਰੀਤੀ ਮਿੱਠੇ ਬੋਲ। ਮਹਾਰਾਜ ਮੈਨੂੰ ਐਸੇ ਮਿੱਠੇ ਬੋਲ ਬਖਸ਼ ਦੇ, ਐਸੇ ਨਿਮਰਤਾ ਭਾਵੀ ਬੋਲ ਬਖਸ਼ ਦੇ ਜਿਨ੍ਹਾਂ ਨਾਲ ਤੇਰੇ ਨਾਲ ਮੇਰੇ ਗੰਢ ਬਣਾਵੇ, ਤੇਰੇ ਨਾਲ ਮੇਰਾ ਜੋੜ ਬਣਾਵੇ। ਮੇਰੇ ਸਤਿਗੁਰੂ ਐਸੀ ਕਿਰਪਾ ਕਰ। ਇਸ਼ਨਾਨ ਕਰਦਾ, ਫਿਰ ਇਸ਼ਨਾਨ ਵੀ ਸ਼ੁਕਰਾਨਾ ਕਰਦਿਆਂ ਕਰਦਾ। ਫਿਰ ਜਦੋਂ ਜਾ ਕੇ ਯਾਰ ਇਹ ਸਵਾ ਘੰਟਾ ਲੱਗ ਵੀ ਗਿਆ ਇਸ ਕਿਰਿਆ ਨੂੰ ਸਾਰੀ ਨੂੰ। ਫਿਰ ਕਿਤੇ ਬੰਦਗੀ 'ਚ ਬਹਿੰਦਾ, ਨਿਤਨੇਮ ਕਰਦਾ, ਉਹਦੀ ਪਤਾ ਲੱਗਦਾ ਵੀ ਯਾਰ ਇੰਨੀ ਛੇਤੀ ਟਾਈਮ ਲੰਘ ਗਿਆ। ਪਰ ਸਾਖਤਾਂ ਨੂੰ ਨਾ ਵਿਚਾਰਿਆਂ ਨੂੰ ਉਹ ਯਾਰ ਅਜੇ 5 ਮਿੰਟ ਹੀ ਹੋਏ ਨੇ, ਇੰਨਾ ਟਾਈਮ, ਨੀਂਦ ਨਹੀਂ ਆ ਰਹੀ। ਖਿਜੀ ਜਾਂਦਾ ਬੰਦਾ, ਕ੍ਰਿੱਝੀ ਜਾਂਦਾ। ਜੇ ਕਿਤੇ ਫਿਰ ਨੀਂਦ ਆਉਂਦੀ ਹੈ ਕਿਉਂਕਿ ਅਸ਼ਾਂਤੀ 'ਚ ਸੌਂਦਾ, ਫਿਰ ਭੈੜੇ ਸੁਪਨੇ ਆਈ ਜਾਂਦੇ ਨੇ। ਕਿਤੇ ਲੜ ਰਿਹਾ ਸੁਪਨੇ 'ਚ, ਕਿਤੇ ਕੋਈ ਪਿੱਛੇ ਪੈ ਗਿਆ, ਫਿਰ ਉਹ ਦੁਖੀ ਹੋਈ ਜਾਂਦਾ। ਬਾਪੂ ਦੀ ਗੋਦ ਦੇ ਵਿੱਚ ਹਮੇਸ਼ਾ ਹੀ ਨੀਂਦ ਨਜ਼ਾਰੇਦਾਰ ਆਉਂਦੀ ਹੈ। ਉਹਦੇ ਪੱਟ ਦਾ ਸਰਾਣਾ ਲਾ ਕੇ ਪੈ ਜਾਈਏ, ਉਹਦੀ ਗੋਦ 'ਚ ਪੈ ਜਾਈਏ, ਉਹਦੀ ਨਿੱਘੀ ਮਿੱਠੀ ਉਹ ਥਾਪੜ ਕੇ ਸਮਾਉਂਦਾ, ਲੋਰੀਆਂ ਦੇ ਕੇ ਸਮਾਉਂਦਾ। ਉਹ ਕਹਿੰਦਾ ਦੇਹੋ ਸੱਜਣ ਐਸੀ ਸੜੀਆਂ ਜਿਉਂ ਹੋਵੇ ਸਹਿਬ ਸਿਉ ਮੇਲ। ਐਸੀਆਂ ਲੋਰੀਆਂ ਦੇ ਕੇ ਸਮਾਉਂਦਾ ਕਿ ਫਿਰ ਬੰਦੇ ਨੂੰ ਪਾਸਾ ਮਾਰਨਾ ਵੀ ਚੇਤੇ ਨਹੀਂ ਰਹਿੰਦਾ ਕਿ ਰਾਤ ਨੂੰ ਪਾਸਾ ਵੀ ਮਾਰਨਾ। ਗੁਰਮੁਖ ਪਿਆਰੇ ਕਈ ਦੱਸਦੇ ਨੇ, ਕਹਿੰਦੇ ਜਿਵੇਂ ਪਏ ਸੀ ਉਸੇ ਤਰੀ ਉੱਠ ਖੜੇ, ਭਾਵ ਪਾਸਾ ਵੀ ਨਹੀਂ ਮਾਰਿਆ। ਐਨੀ ਗੂੜੀ ਨੀਂਦ, ਸਖੋਪਤ ਵਾਲੀ ਨੀਂਦ। ਹੁਣ ਬਾਬਾ ਜੀ ਇਹ ਕਹਿ ਰਹੇ ਨੇ, ਕਹਿੰਦੇ ਇਹ ਜਿਹੜੇ ਸਾਖਤ ਪੁਰਸ਼ ਨੇ, ਰੱਬ ਤੋਂ ਟੁੱਟੇ ਪੁਰਸ਼ ਨੇ, ਰਾਤਾਂ ਵੱਡੀਆਂ ਨੇ। ਕਹਿੰਦੇ ਪਾਸੇ ਧੁੱਖ ਕੇ ਉੱਠਦੇ ਨੇ, ਭਾਵ ਇਹ ਪਸਲੀਆਂ ਪਾਸੇ ਦੁਖਣ ਲੱਗ ਜਾਂਦੇ ਨੇ। ਧਿਰਗ ਸਾਧ ਸੰਗਤ ਜੀ ਇੱਕ ਕਹਿੰਦੇ 100 ਜੇ ਜੋ 100 ਵਾਰੀ ਫਿੱਟੇ ਲਾਹਣਤ ਕਹੀਏ ਨਾ ਤਾਂ ਇੱਕ ਜੇ 100 ਵਾਰੀ ਕਹਿੰਦੇ ਲਾਹਣਤ ਕਹੀਏ ਤਾਂ ਇੱਕ ਫਿਟਕਾਰ ਬਣਦੀ ਹੈ। ਜੇ 100 ਫਿਟਕਾਰਾਂ ਕਹੀਏ ਤਾਂ ਇੱਕ ਧਿਰਗ ਬਣਦਾ। ਇਹ ਧਿਰਗ ਦਾ ਸੰਖੇਪ ਰੂਪ ਹੈ ਧਿੱਗ। ਹੁਣ ਦੇਖ ਲਓ ਕਿੰਨੇ ਵਾਰੀ ਫਿੱਟ ਲਾਹਣਤ ਹੋ ਗਈ। ਕਹਿੰਦੇ ਧਿੱਗ ਤਿਨਾ ਕਾ ਜੀਵਿਆ, ਉਹਨਾਂ ਦੀ ਜ਼ਿੰਦਗੀ, ਉਹਨਾਂ ਦਾ ਜਿਉਣਾ ਧਰਕਾਰਯੋਗ ਹੈ। ਜਿਨ੍ਹਾਂ ਵਡਾਣੀ ਆਸ, ਜਿਨ੍ਹਾਂ ਨੂੰ ਪਰਮਾਤਮਾ ਤੋਂ ਸਿਵਾਏ ਕਿਤੇ ਹੋਰ ਵੀ ਆਸ ਹੈ। ਆਪਾਂ ਹਾਲਾਂਕਿ ਰੋਜ਼ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੇ ਵਿੱਚ, ਮਾਨੁਖ ਕੀ ਪੜ੍ਹਦਾ ਜੀ? ਮਾਨੁਖ ਕੀ ਟੇਕ ਸਭ ਬਿਰਥੀ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਦੇਣਾ ਉਹਨੇ ਹੈ, ਪਹਿਨਣ ਵਾਸਤੇ ਉਹਨੇ ਦੇਣਾ, ਸੌਣ ਵਾਸਤੇ ਉਹ ਨੀਂਦ ਉਹਨੇ ਦੇਣੀ ਹੈ, ਬਿਸਤਰ ਉਹਨੇ ਦੇਣੇ ਨੇ, ਭੋਜਨ ਉਹਨੇ ਦੇਣਾ, ਸਤਿਕਾਰ ਉਹਨੇ ਦੇਣਾ, ਮਾਨ ਉਹਨੇ ਦੇਣਾ, ਸਾਨੂੰ ਜਿਹੜਾ ਹੈ ਲਾਭ ਉਹਨੇ ਦੇਣਾ। ਅਸੀਂ ਫਿਰ ਵੀ ਮੇਰਾ ਚਾਚਾ DC ਲੱਗਿਆ ਹੋਇਆ ਜੀ, ਮੇਰਾ ਮਾਸੜ SSP ਲੱਗਿਆ ਹੋਇਆ ਜੀ, ਮੇਰਾ ਫਲਾਣਾ ਲੱਗਿਆ ਹੋਇਆ ਜੀ। ਸਾਧ ਸੰਗਤ ਜੀ ਜਦੋਂ ਪਰਮੇਸ਼ਰ ਨੇ ਕਾਰਜ ਕਰਨਾ ਨਾ, ਉਹਨੇ ਕੋਈ ਨਾ ਕੋਈ ਐਸਾ ਜਿਹੜਾ ਢੋਲ ਢਕਾਉਣਾ, ਜੇ ਕਰਤਾ ਕਿਛ ਕਰਿਆ ਚਾਹੇ ਲੱਖ ਸਬਬ ਬਣਾਏ ਨਿਭਾਏ। ਉਹਨੇ ਐਸਾ ਢੋਲ ਢਕਾਉਣਾ, ਆਪ ਹੀ ਪਤਾ ਨਹੀਂ ਕੋਈ ਸੱਤ ਬਗਾਨਾ ਵੀ ਨਾ ਘਰਦਿਆਂ ਤੋਂ ਵੀ ਨੇੜੇ ਹੋ ਕੇ ਕੰਮ ਕਰ ਜਾਂਦਾ। ਸੱਤ ਬਗਾਨਾ ਵੀ ਜਦੋਂ ਉਹਦੀ ਮਰਜ਼ੀ ਹੋ ਗਈ। ਜਦੋਂ ਉਹਦੀ ਮਰਜ਼ੀ ਨਾ ਹੋਵੇ ਤਾਂ ਜਿਹੜਾ ਆਪਣੇ ਸਕਾ ਘਰ ਦਾ ਹੁੰਦਾ ਨਾ, ਉਹੀ ਉਹ 'ਚ ਲੱਤ ਅੜਾਈ ਜਾਂਦਾ, ਕੰਮ ਹੋਣੇ ਨਹੀਂ ਦਿੰਦਾ। ਲਾ ਕਰਕੇ ਦਿਖਿਆ ਪੁੱਤ, ਮੈਂ ਮਲੇਰਕੋਟਲੇ ਤੋਂ ਤਾਗਾ ਕਰਵਾ ਕੇ ਲਿਆਉਣਾ, ਮੈਂ ਉਹ ਜਾਨਾ ਜੀ ਫਲਾਣੇ ਪੰਡਤ ਕੋਲੇ ਉੱਥੋਂ ਤੇਰਾ ਟੂਣਾ ਕਰਵਾ ਕੇ ਲਿਆਉਣਾ। ਉਹੀ ਡਿੱਕੇ ਲਾਈ ਜਾਂਦਾ, ਉਹੀ ਨਹੀਂ ਕੰਮ ਹੋਣ ਦਿੰਦਾ, ਕਿਉਂਕਿ ਅਜੇ ਉਹਦੀ ਮਰਜ਼ੀ ਨਹੀਂ। ਹੁਣ ਬਸ ਇਹੀ ਹੈ ਵੀ ਆਪਾਂ ਮਹਾਰਾਜ ਬਾਬਾ ਜੀ ਸਾਡੇ 'ਤੇ ਕਿਰਪਾ ਕਰਨ। ਇਹ ਵੱਡੀਆਂ ਰਾਤਾਂ ਇਹ ਬਾਪੂ ਦੀ ਯਾਦ ਵਿੱਚ ਜੁੜਿਆ ਹੋਇਆਂ, ਬਾਪੂ ਦੀ ਨੇੜਤਾ ਮਹਿਸੂਸ ਕਰਦਿਆਂ ਹੋਇਆਂ ਬਤੀਤ ਹੋਵਣ, ਅਤੇ ਇਹ ਵਡਾਣੀ ਆਸ ਖਤਮ ਹੋ ਜੇ, ਇਹ ਦੂਜਿਆਂ ਦੀ ਮਨੁੱਖਾਂ ਦੀ ਆਸ ਖਤਮ ਹੋ ਜੇ। ਬਸ ਉਸੇ ਨੂੰ ਦੇਖੀਏ।
ਇੱਕੋ ਧਾਰ ਲਈਏ ਕਿ ਆਰਾਮ ਸਵਾਰੇ ਕਾਮ, ਉਹ ਵੀ ਕਿਸੇ ਕੇ ਬੀਚ ਕੀ, ਆਰਾਮ ਵਿਗਾੜੇ ਕਾਮ, ਉਹ ਵੀ ਕਿਸੇ ਕੇ ਬੀਚ ਕੀ। ਜੇ ਸਾਡੇ ਕੰਮ 'ਚ ਰੁਕਾਵਟ ਆਉਂਦੀ ਹੈ ਤਾਂ ਵੀ ਉਹਦੀ ਮਰਜ਼ੀ ਹੈ, ਜੇ ਕੰਮ ਸਵਰਦਾ ਤਾਂ ਵੀ ਉਹਦੀ ਮਰਜ਼ੀ ਹੈ। ਕੋਈ ਰੋਸੇ ਗਿੱਲੇ ਸ਼ਿਕਵੇ ਛੱਡ ਕੇ ਉਹਦਾ ਸ਼ੁਕਰਾਨਾ ਦਾਤਿਆ। ਅੱਛਾ ਫਿਰ ਤੈਨੂੰ ਮਹਾਰਾਜ ਹੁਣ ਤੇਰੇ ਪ੍ਰੋਗਰਾਮ ਦਾ ਮੈਨੂੰ ਕੀ ਪਤਾ। ਸਾਧੂ ਸੰਤ ਧਾਰਨਾ ਲਾਉਂਦੇ ਹੁੰਦੇ ਨੇ, ਤੂੰ ਕਿਹੜਿਆਂ ਰੰਗਾਂ ਵਿੱਚ ਖੇਡਦਾ, ਮੈਂ ਕੀ ਜਾਣਾ ਤੇਰੀ ਸਾਰ ਨੂੰ। ਜੇ ਤੂੰ ਮੇਰਾ ਕੋਈ ਮੈਨੂੰ ਅਜੇ ਫੰਡ ਨਹੀਂ ਦੇ ਰਿਹਾ, ਪਰਮਾਤਮਾ ਇਹਦੀ ਲੋੜ ਅੱਗੇ ਪੈਣੀ ਹੋਣੀ, ਮੈਂ ਤਾਂ ਮੂਰਖ ਹੁਣ ਖਰਚ ਦੂੰ ਜੇ ਮੈਨੂੰ ਹੁਣ ਮਿਲ ਗਿਆ। ਤੂੰ ਮੈਨੂੰ ਨਹੀਂ ਦੇ ਰਿਹਾ, ਇਹ 'ਚ ਵੀ ਮੇਰਾ ਭਲਾ ਹੈ। ਸਤਿਗੁਰੂ ਜੀ ਇਸ ਕੰਮ 'ਤੇ ਮੇਰੇ 'ਚ ਰੁਕਾਵਟ ਆ ਰਹੀ ਹੈ, ਮੈਨੂੰ ਨਹੀਂ ਸਮਝ ਆ ਰਹੀ, ਮੇਰੇ ਦਾਤਿਆ ਮੇਰੀ ਪਕੜ 'ਚ ਨਹੀਂ ਆ ਰਿਹਾ, ਇਹ 'ਚ ਮੇਰਾ ਭਲਾ ਹੋਏਗਾ, ਬਸ ਉਹਦਾ ਸ਼ੁਕਰਾਨਾ ਬਸ। ਵਡਾਣੀ ਆਸ ਛੁੱਟ ਜੇ, ਇਹ ਲੰਬੀਆਂ ਰਾਤਾਂ ਸਾਡੀਆਂ ਲੇਖੇ ਲੱਗ ਜਾਣ, ਉਹਦੀ ਬੰਦਗੀ 'ਚ ਜੁੜ ਜਾਣ, ਉਹਦੇ ਸੁਪਨ ਦਦਾਰੇ ਕਰਦਿਆਂ ਇਹ ਜਿਹੜੀਆਂ ਰਾਤਾਂ ਸਾਡੀਆਂ ਮੁਬਾਰਕ ਹੋ ਜਾਣ। ਗੁਰੂ ਮਹਾਰਾਜ ਕਿਰਪਾ ਕਰਨ। ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਉੱਚੀ ਸੁੱਚੀ ਬਾਣੀ ਦੀ ਕਥਾ ਵਾਰਤਾ ਕਰਦਿਆਂ, ਸ਼ਬਦ ਵਿਚਾਰਾਂ ਕਰਦਿਆਂ ਇਸ ਭੁੱਲੜ ਜੀਵ ਕੋਲੋਂ ਬੇਅੰਤ ਤਰ੍ਹਾਂ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਆਪ ਗੁਰੂ ਰੂਪ ਹੋ ਮੁਆਫ ਕਰ ਦੇਣਾ, ਅੱਗੇ ਤੋਂ ਅਸੀਸ ਦੇਣੀ, ਅੱਗੇ ਤੋਂ ਅਸ਼ੀਰਵਾਦ ਦੇਣਾ। ਗੁਰੂ ਦੀ ਬਾਣੀ ਦੀ ਕਥਾ ਵਾਰਤਾ ਗੁਰੂ ਆਸ਼ੇ ਅਨੁਸਾਰ ਹੋ ਸਕੇ, ਅਤੇ ਜੋ ਇਹ ਰਸਨਾ ਦੇ ਰਾਹੀਂ ਗੁਰੂ ਮਹਾਰਾਜ ਉਪਦੇਸ਼ ਦੇ ਰਹੇ ਨੇ, ਇਹ ਸਰੀਰ ਦੇ ਉੱਤੇ ਵੀ ਉਹ ਉਪਦੇਸ਼ ਲਾਗੂ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ